ਸਤਿ ਸ਼੍ਰੀ ਅਕਾਲ। ਮੈਂ ਹਾਂ ਬੱਬਲ ਮਟੌਰ ਤੇ ਤੁਸੀਂ ਦੇਖਣ ਜਾ ਰਹੇ ਹੋ ਰੀਬੂਟ ਪੰਜਾਬ ਵਿਦ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਇੱਕ ਬੇਹੱਦ ਖਾਸ ਹੋਣ ਵਾਲਾ ਐਪੀਸੋਡ ਸੰਗਤ ਟੈਲੀਵਿਜ਼ਨ ਦੇ ਲੰਡਨ ਸਟੂਡੀਓ ਤੋਂ। ਦੋਸਤੋ, ਅੱਜ ਦਾ ਇਹ ਐਪੀਸੋਡ ਸਾਲ 2022 ਦਾ ਅਖੀਰਲਾ ਐਪੀਸੋਡ ਹੋਏਗਾ ਤੇ ਸਾਲ 2023 ਦੇ ਆਗਾਜ਼ ਵਾਲਾ ਐਪੀਸੋਡ ਹੋਏਗਾ। ਇਸ ਐਪੀਸੋਡ ਦੀ ਸ਼ੁਰੂਆਤ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ, ਇੱਕ ਨਜ਼ਰ ਮਾਰਾਂਗੇ 2022 ਦੀ ਹਾਈਲਾਈਟਸ ਤੇ 2023 ਜੋ ਸਾਲ ਹੈ ਉਹਦੇ ਏਜੰਡੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਆਓ ਸਿੱਧਾ ਲੈ ਚੱਲਦੇ ਤੁਹਾਨੂੰ ਅੱਜ ਦੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਮਹਿਮਾਨ ਸਰਦਾਰ ਰਣਵੀਰ ਸਿੰਘ ਜੀ ਅਟਵਾਲ ਜੀ ਵੱਲ। ਅਟਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਐਪੀਸੋਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਟਵਾਲ ਸਾਹਿਬ, 2022 ਵੀ ਬਾਕੀ ਪਿਛਲੇ ਸਾਲਾਂ ਵਾਂਗ ਜੋ ਹੈ ਆਪਣੇ ਅੰਤ ਦੇ ਵਿੱਚ ਆ ਗਿਆ ਹੈਗਾ ਆ। 2023 ਦਾ ਅੱਗੇ ਹੁਣ ਜਿਹੜਾ ਆਗਾਜ਼ ਹੋਣਾ ਹੈ, ਸ਼ੁਰੂਆਤ ਹੋਣਾ ਹੈਗਾ ਜੀ। ਸੋ ਅਸੀਂ ਜੇ ਹੁਣ ਇੱਕ ਝਾਤ ਮਾਰੀਏ, ਇੱਕ ਨਜ਼ਰ ਮਾਰੀਏ ਸਾਲ 2022 ਦੀ ਕਲਗੀਧਰ ਟਰੱਸਟ ਦੀ ਜਰਨੀ ਤੇ ਇਨਸੀਡੈਂਟਸ ਤੇ ਕੀ ਤੁਸੀਂ ਦੇਖਦੇ ਹੋ, ਕਿਹੜੀਆਂ ਐਸੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਅਸੀਂ ਅਗਲੇ ਸਾਲ ਜਾਂ ਕਹਿ ਲਓ ਵੀ ਜਿੰਨੇ ਵੀ ਸਾਡੀ ਜ਼ਿੰਦਗੀ ਹੈ ਉਹਦੇ ਵਿੱਚ ਅਸੀਂ ਆਪਣੇ ਨਾਲ ਕੈਰੀ ਕਰਾਂਗੇ? ਥੈਂਕ ਯੂ ਬੱਬਲ ਸਾਹਿਬ। ਜੇ ਅਸੀਂ ਦੇਖਿਆ ਜਾਵੇ ਕਲਗੀਧਰ ਟਰੱਸਟ ਬੜੂ ਸਾਹਿਬ ਦਾ ਜੋ ਸਫ਼ਰ ਹੈ ਐਜ਼ ਐਨ ਆਰਗੇਨਾਈਜੇਸ਼ਨ, ਉਹ ਜਦੋਂ ਤੋਂ ਵੀ ਆਰਗੇਨਾਈਜੇਸ਼ਨ ਸ਼ੁਰੂ ਹੋਈ ਹੈ 1985-86 ਤੋਂ ਬਾਅਦ ਜੀ, ਤੇ 2022 ਤੱਕ, ਜਨਵਰੀ 2022 ਤੱਕ ਸਭ ਤੋਂ ਵੱਡਾ ਯੋਗਦਾਨ ਕਲਗੀਧਰ ਟਰੱਸਟ ਦੇ ਪ੍ਰੈਜ਼ੀਡੈਂਟ ਬਾਬਾ ਇਕਬਾਲ ਸਿੰਘ ਜੀ, ਜੋ ਕਿ 29 ਜਨਵਰੀ ਆਪਣਾ ਜੋ ਸੰਸਾਰਿਕ ਜੀਵਨ ਸਫ਼ਰ ਬੜੀ ਬਖੂਬੀ ਕੰਪਲੀਟ ਕਰਕੇ ਜੀ ਵਾਹਿਗੁਰੂ ਦੀ ਰਜ਼ਾ ਦੇ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਰਵਾਨਾ ਹੋਏ ਇਸ ਦੁਨੀਆ ਤੋਂ ਜੀ। ਸੋ ਉਹਨਾਂ ਦਾ ਜਿਹੜਾ ਜੀਵਨ ਦਾ ਇੱਕ ਸਫ਼ਰ ਹੈ ਤੇ ਉਸ ਜੀਵਨ ਸਫ਼ਰ ਦੇ ਵਿੱਚ ਜੋ ਕਲਗੀਧਰ ਟਰੱਸਟ ਨੇ ਤਰੱਕੀ ਕੀਤੀ ਜੀ, ਉਹ ਇੱਕ ਬਹੁਤ ਵੱਡੀ ਰਿਫਲੈਕਸ਼ਨ ਰਹਿ ਜਾਏਗੀ 2022 ਦੀ ਜੀ। ਸੋ ਸਭ ਤੋਂ ਵੱਡੀ ਉਹ ਮੈਂ ਕਹਿੰਦਾ ਇੱਕ ਘਟਨਾ ਹੈ ਜੋ ਕਿ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੀ ਜਾਏਗੀ। ਜੋ ਯੋਗਦਾਨ ਹੈ, ਜੋ ਉਹਨਾਂ ਦੀ ਜੀਵਨ ਯਾਤਰਾ ਦਾ ਜੋ ਇੱਕ ਸੰਦੇਸ਼ ਉਹ ਦੇ ਕੇ ਗਏ ਨੇ ਜੀ, ਉਹ ਮੈਂ ਸਭ ਤੋਂ ਵੱਡੀ 2022 ਦੀ ਪ੍ਰਾਪਤੀ ਮੈਂ ਇਹੀ ਸਮਝਾਂਗਾ ਕਿ ਉਹਨਾਂ ਦੇ ਸਫ਼ਰ 'ਚ ਸਾਨੂੰ ਬਹੁਤ ਕੁਝ ਸਿੱਖਣ ਲਈ, ਜੋ ਉਹਨਾਂ ਦਾ ਜੀਵਨ ਦੇ ਵਿੱਚ ਜੋ ਉਹਨਾਂ ਦਾ ਤਿਆਗ, ਵੈਰਾਗ, ਪਿਆਰ, ਖਾਸ ਕਰਕੇ ਉਹਨਾਂ ਦਾ ਜੋ ਸੰਗਤ ਪ੍ਰਤੀ ਰਵੱਈਆ ਸੀ ਜੀ। ਸੋ ਬਹੁਤ ਹੀ ਉਹਨਾਂ ਦਾ ਇਹ ਦ੍ਰਿੜ ਵਿਸ਼ਵਾਸ ਸੀ ਕਿ ਮਿਲ ਸਤ ਸੰਗਤ ਖੋਜ ਦਿਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ ਜੀ। ਉਹਨਾਂ ਦਾ ਇਹ ਨਿਸ਼ਚੈ ਸੀ ਕਿ ਜਿਹੜਾ ਵੀ ਕਾਰਜ ਸੰਗਤ ਰੂਪ ਵਿੱਚ ਹੋਏਗਾ ਉਹ ਪਰਮਾਤਮਾ ਵਿੱਚ ਆਪ ਵਸ ਕੇ ਉਹਨੂੰ ਸਿਰੇ ਚੜਾਏਗਾ। ਸੋ ਹੋਇਆ ਵੀ ਇਸ ਤਰ੍ਹਾਂ ਹੀ ਜੀ, ਕਿਉਂਕਿ ਜਿੰਨੇ ਵੀ ਕਲਗੀਧਰ ਟਰੱਸਟ ਦੀਆਂ ਅਕੈਡਮੀਆਂ ਖੁੱਲ੍ਹੀਆਂ ਉਹਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਜੀ। ਸੰਗਤਾਂ ਨੇ ਲੈਂਡ ਡੋਨੇਸ਼ਨਸ ਕੀਤੀਆਂ, ਸੰਗਤਾਂ ਨੇ ਕਾਰ ਸੇਵਾ ਕਰਕੇ ਬਿਲਡਿੰਗਾਂ ਬਣਾਈਆਂ ਜੀ, ਸੰਗਤਾਂ ਨੇ ਬਹੁਤ ਹੀ ਵੱਡੀ ਮਾਇਆ ਦਾ ਜੋ ਹਿੱਸਾ, ਕਿਉਂਕਿ ਕੋਈ ਸੰਗਤ ਵਾਸਤੇ, ਕਲਗੀਧਰ ਟਰੱਸਟ ਵਾਸਤੇ ਕੋਈ ਗਵਰਨਮੈਂਟ ਗ੍ਰਾਂਟ, ਕੋਈ ਇਸ ਤਰ੍ਹਾਂ ਦੀ ਫੰਡਿੰਗ, ਕੋਈ ਸੋਰਸ ਆਫ ਇਨਕਮ ਹੋਰ ਹੈ ਨਹੀਂ ਹੈ ਜੀ। ਅਤੇ ਖਾਸ ਕਰਕੇ ਜਦੋਂ ਲੈਂਡ ਡੋਨੇਸ਼ਨਸ ਹੋਈਆਂ, ਜਿਹੜੇ ਜ਼ਮੀਨਦਾਰ ਬੜੇ ਦੁਖੀ ਸੇ ਜੋ ਪੰਜਾਬ ਦੇ ਮਾਹੌਲ ਤੋਂ ਕਿ ਨਸ਼ਿਆਂ ਦਾ ਦੌਰ ਚੱਲ ਪਿਆ, ਹੋਰ ਗਰੀਬੀ ਆ ਗਈ ਹੈ ਅਤੇ ਪੜ੍ਹਾਈ 'ਚ ਪਿੱਛੇ ਰਹਿ ਰਿਹਾ ਜੀ। ਅਤੇ ਉਹਦੇ ਵਿੱਚ ਜਿੱਥੇ ਵੀ ਉਹ ਪਿੰਡਾਂ ਦੇ ਵਿੱਚ ਲੈਂਡ ਡੋਨੇਸ਼ਨਸ ਹੋਈਆਂ ਜੀ, ਅਤੇ ਬੜੇ ਰੂਰਲ ਏਰੀਆ ਦੇ ਵਿੱਚ ਸਾਰੀਆਂ ਅਕੈਡਮੀ ਸ਼ੁਰੂ ਹੋਈਆਂ। ਅਤੇ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਕਿ ਟੀਚਰਾਂ ਦੀ ਅਤੇ ਉਹਨਾਂ ਦੇ ਫੰਡਿੰਗ ਦੀ ਅਤੇ ਬੱਚਿਆਂ ਦੇ ਫੀਸਾਂ ਦੇਣ ਦੀ ਬੜੀ ਪ੍ਰੋਬਲਮ। ਸੋ ਸੰਗਤ ਦਾ ਰੋਲ ਬਹੁਤ ਵੱਡਾ ਰਿਹਾ ਜੀ। ਅਤੇ ਵਾਕਿਆ ਹੀ ਬਾਬਾ ਜੀ ਦਾ ਕਹਿਣਾ ਸੀ ਕਿ ਸੰਗਤ ਇੱਥੇ ਵੀ ਜਿੰਨੇ ਵੀ ਆਉਂਦੇ ਰਹੇ ਹਰ ਸਾਲ, ਅਸੀਂ ਬੜੇ ਕਈ ਵਾਰੀ ਹੈਰਾਨ ਹੁੰਦੇ ਸੀਗੇ ਗੁਰੂ ਘਰਾਂ ਦੇ ਵਿੱਚ ਸਾਨੂੰ ਜਿਹੜਾ ਵੀ ਟਾਈਮ ਮਿਲਣਾ ਅਤੇ ਬਾਬਾ ਜੀ ਨੇ ਉਹ ਇਸ ਤਰ੍ਹਾਂ ਜਾਣਾ ਕਿ ਉਹ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰ ਰਹੇ ਨੇ। ਉਹਨੇ ਕਦੀ ਨਹੀਂ ਦੇਖਿਆ ਕਿ ਮੋਹਰੇ ਕਿੰਨੀ ਸੰਗਤ ਵਿੱਚ ਬੈਠੀ ਹੈ ਜਾਂ ਨਹੀਂ ਬੈਠੀ ਹੈ। ਕਈ ਵਾਰੀ ਸਟੇਜ ਦੇ ਉੱਤੇ ਉਹਨਾਂ ਦੇ ਆਪਣਾ ਜਥਾ ਜ਼ਿਆਦਾ ਹੁੰਦੇ ਸੀ, ਸੰਗਤ ਘੱਟ ਹੁੰਦੀ ਸੀ ਜੀ। ਅਤੇ ਉਹ ਸਿਰਫ ਕਹਿੰਦੇ ਬਸ ਅਸੀਂ ਤਾਂ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਹੈ ਅਤੇ ਇੱਥੇ ਜੋ ਵੀ ਪ੍ਰੋਗਰਾਮ ਸਾਡਾ ਸੁਣ ਰਹੇ ਨੇ ਅਸੀਂ ਤਾਂ ਬਸ ਸੰਗਤ ਦਰਸ਼ਨ ਕਰਨ ਆਉਂਦੇ ਹਾਂ ਜੀ। ਅਤੇ ਉਹ ਬੜਾ ਉਹਨੀ ਸੰਗਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਕਿ ਸੰਗਤ ਰੂਪ ਦੇ ਵਿੱਚ ਤੁਹਾਡੇ ਜਿੰਨੇ ਵੀ ਸਰੀਰਕ ਆਪਣੀਆਂ ਮਾਨਸਿਕ ਕਮਜ਼ੋਰੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਇਲਾਜ ਹੀ ਸੰਗਤ ਹੈ ਜੀ। ਸੋ ਬਹੁਤ ਵੱਡਾ ਉਹਨਾਂ ਦਾ ਇਹ ਦ੍ਰਿੜ ਵਿਸ਼ਵਾਸ ਸੀਗਾ।
ਤੇ ਉਹ ਬਹੁਤ ਵੱਡੀ ਮੈਂ ਕਹਿੰਦਾ ਇਸ ਸਾਲ ਦੀ ਇੱਕ ਯਾਦਗਾਰ 2022 ਦੀ, ਜੋ ਕਿ ਕਲਗੀਧਰ ਟਰੱਸਟ ਦੇ ਇਤਿਹਾਸ ਦੇ ਵਿੱਚ ਇੱਕ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੀ ਜਾਏਗੀ ਜੀ। ਉਹ ਤੋਂ ਬਾਅਦ ਫਿਰ ਚਲੋ ਕੋਵਿਡ ਦਾ ਦੌਰ ਜਿਹੜਾ ਖਤਮ ਹੋਇਆ, ਉਹਦੇ ਵਿੱਚੋਂ ਬਹੁਤ ਹੀ ਮੁਸ਼ੱਕਤ ਵਾਲਾ ਕੰਮ ਸੀ। 40 ਕੁ ਕਰੋੜ ਦਾ ਉਹਨਾਂ ਦਾ ਜਿਹੜਾ ਰੈਵਨਿਊ ਦਾ ਲਾਸ ਹੋਇਆ ਕੋਵਿਡ ਦੇ ਵਿੱਚ ਜੀ। ਉਹ ਵੀ ਚਲੋ ਇੱਕ ਬਹੁਤ ਵੱਡੀ ਮੈਂ ਕਹਿੰਦਾ ਇੱਕ ਆਰਗੇਨਾਈਜੇਸ਼ਨ ਵਾਸਤੇ ਟੈਸਟ ਸੀ ਜੀ। ਉਹਦੇ ਚੋਂ ਵੀ ਬੜੀ ਸਫਲਤਾਪੂਰਵਕ ਬਾਹਰ ਨਿਕਲੇ। ਫਿਰ ਸਪਟੰਬਰ ਦੇ ਵਿੱਚ ਜਿਹੜਾ ਹੜ੍ਹਾਂ ਦਾ ਉੱਥੇ ਇੱਕ ਬੱਦਲ ਫਟਣ ਕਰਕੇ ਜੋ ਹੜ੍ਹ ਆਏ ਤੇ ਪੂਰੇ ਦਾ ਪੂਰਾ ਬੜੂ ਸਾਹਿਬ ਦਾ ਕੰਪਲੈਕਸ, ਮਤਲਬ ਕਿ ਇਹ ਸਮਝ ਲਓ ਕਿ ਵਾਹਿਗੁਰੂ ਨੇ ਆਪਣਾ ਹੱਥ ਦੇ ਕੇ ਰੱਖ ਲਿਆ ਜੀ। ਤੇ ਉਹ ਵੀ ਇੱਕ ਬਹੁਤ ਬੜਾ ਇੱਕ ਟੈਸਟਿੰਗ ਟਾਈਮ ਸੀ ਤੇ ਸੰਗਤਾਂ ਨੇ ਬਹੁਤ ਸਹਿਯੋਗ ਦੇ ਕੇ ਉਹਨੂੰ ਦੁਬਾਰਾ ਪੈਰਾਂ ਤੇ ਖੜਾ ਕੀਤਾ ਜੀ। ਸੋ ਸੰਗਤਾਂ ਦਾ ਬਹੁਤ ਯੋਗਦਾਨ ਹੈ। ਸੰਗਤਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ 2022 ਦੇ ਵਿੱਚ ਅਸੀਂ ਇਹ ਜੋ ਵੀ ਮਾਈਲਸਟੋਨਸ ਹੈ ਇਹਨਾਂ ਨੂੰ ਕਦੀ ਵੀ ਨਹੀਂ ਭੁੱਲ ਸਕਦੇ ਜੀ। ਤੇ ਹਿਸਟਰੀ ਦੇ ਵਿੱਚ ਇਹ ਇੱਕ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਜਾਣਗੇ ਜੀ। ਸੋ ਬਾਕੀ ਤੇ ਇਹ ਹੈ ਕਿ ਜੋ ਮਹਾਂਪੁਰਖਾਂ ਦੀਆਂ ਯਾਦਾਂ ਹੁੰਦੀਆਂ, ਮਹਾਂਪੁਰਖਾਂ ਦੇ ਜੋ ਸੰਦੇਸ਼ ਹੁੰਦੇ ਆ ਉਹ ਤੇ ਸਦੀਵ ਹੀ ਹੁੰਦੇ ਨੇ ਜੀ। ਤੇ ਉਹ ਸਦਾ ਲਈ ਸਾਡੇ ਨਾਲ ਹੀ ਰਹਿਣਗੇ। ਕਿ ਆਪਣੇ ਜੋ ਸਿੱਖੀ ਫਲਸਫਾ ਹੈ ਉਹਦੇ ਵਿੱਚ ਨਵੇਂ ਪੁਰਾਣੇ ਦਾ ਤਾਂ ਕੋਈ ਬਹੁਤਾ ਇੰਨੀ ਇੰਪੋਰਟੈਂਸ ਹੀ ਹੈ ਨਹੀਂ ਜੀ। ਜੀ। ਉਹਦੇ 'ਚ ਤਾਂ ਇਹ ਹੈ ਕਿ ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਜਿਹੜਾ ਇੱਕ ਗੁਰਮੁਖ ਹੈ, ਗੁਰਸਿੱਖ ਹੈ, ਉਹ ਨਿਤ ਨਵਾਂ ਨਰੋਆ। ਜੀ। ਸੋ ਇਹਨਾਂ ਯਾਦਾਂ ਦੇ ਨਾਲ ਹੀ ਅਸੀਂ ਚਲੋ 2022 ਦਾ ਜੀ ਇੱਕ ਬਹੁਤ ਹੀ ਇੱਕ ਨਿੱਘਾ ਸੁਪਨਾ ਨਾਲ ਲੈ ਕੇ ਹੁਣ 2023 ਦੇ ਵਿੱਚ ਜਾ ਰਹੇ ਹਾਂ। ਜੀ। ਜੀ। ਤੇ ਸੰਗਤਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਸੰਗਤਾਂ ਦੇ ਅੱਗੇ ਬੇਨਤੀ ਵੀ ਹੈ ਕਿ ਜਿਹੜਾ ਨਵਾਂ ਸਾਲ ਆ ਰਿਹਾ ਉਹਦੇ ਵਿੱਚ ਇਸੇ ਤਰ੍ਹਾਂ ਵੱਧ ਚੜ੍ਹ ਕੇ ਸਹਿਯੋਗ ਦੇਣ ਤੇ ਜੋ ਕਲਗੀਧਰ ਟਰੱਸਟ ਦਾ ਟਾਰਗੇਟ ਹੈ ਜੀ ਕਿ ਪੰਜਾਬ ਦੇ ਵਿੱਚ 500 ਸਕੂਲ, ਜੋ ਵੀ ਪੈਟਰਨ ਤੇ 130 ਸਕੂਲ ਚੱਲ ਰਿਹਾ ਅਕਾਲ ਅਕੈਡਮੀ, ਉਸੇ ਪੈਟਰਨ ਦਾ 500 ਸਕੂਲ ਪੂਰਾ ਕਰਕੇ ਤਾਂ ਕਿ ਪੰਜਾਬ ਮੁੜ ਕੇ ਬੁਲੰਦੀਆਂ ਵੱਲ ਜਾ ਸਕੇ, ਐਜੂਕੇਸ਼ਨ 'ਚ ਨੰਬਰ 1 ਆ ਸਕੇ ਤੇ ਗੁਰਮਤ ਜਿਹੜੇ ਸੰਗਤ ਦਾ ਬੋਲਵਾਲਾ ਮੁੜ ਕੇ ਫਿਰ ਹੋ ਸਕੇ। ਜੀ ਬਿਲਕੁਲ ਜੀ। ਹਾਂਜੀ ਟਰਾਲ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਮਹਾਂਪੁਰਸ਼ਾਂ ਨੇ, ਬਾਬਾ ਇਕਬਾਲ ਸਿੰਘ ਜੀ ਨੇ ਇੱਕ ਲਾਸਾਨੀ ਜੀਵਨ ਜੀਆ, ਇੱਕ ਮਿਸਾਲੀ ਜੀਵਨ ਜਿਹੜਾ ਜੀਆ ਹੈਗਾ ਆ, ਔਰ ਉਹਦੀ ਐਗਜ਼ਾਮਪਲ ਸਾਡੇ ਸਾਰਿਆਂ ਦੇ ਮੋਹਰੇ ਹੈ। ਸਮਕਾਲੀ ਹੈ, ਕੰਟੈਂਪਰੇਰੀ ਚੀਜ਼ ਹੈ, ਕੋਈ ਬਹੁਤ ਪੁਰਾਣੀ ਚੀਜ਼ ਨਹੀਂ ਹੈ। ਉਹਨਾਂ ਦੀਆਂ ਜੋ ਪ੍ਰਾਪਤੀਆਂ ਨੇ ਜਾਂ ਸੰਗਤ ਦੇ ਥਰੂ ਜੋ ਵੀ ਪਰਮਾਤਮਾ ਦੇ ਥਰੂ ਜੋ ਪ੍ਰਾਪਤੀਆਂ ਨੇ ਉਹ ਸਾਡੇ ਸਾਹਮਣੇ ਨੇ, ਉਹ ਫਿਜ਼ੀਕਲ ਨੇ, ਉਹ ਟੈਂਜੀਬਲ ਨੇ, ਸਾਨੂੰ ਦਿਖ ਰਹੀਆਂ ਨੇ, ਆਊਟਪੁੱਟ ਸਾਨੂੰ ਸਾਰੀ ਦਿਖ ਰਹੀ ਹੈਗੀ ਹੈ। ਸੋ ਉਹਨਾਂ ਤੋਂ ਅੱਗੇ ਜਦੋਂ ਹੁਣ ਵਾਗਡੋਰ ਸੰਭਾਲੀ ਡਾਕਟਰ ਬਾਬਾ ਦਵਿੰਦਰ ਸਿੰਘ ਜੀ ਨੇ ਸੰਭਾਲੀ, ਸੰਗਤਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਸੰਗਤਾਂ ਨੇ ਦੇਖੋ ਜਦੋਂ ਤੋਂ ਇਹ ਮਿਸ਼ਨ ਸ਼ੁਰੂ ਹੋਇਆ, ਤੁਸੀਂ ਗੱਲ ਕੀਤੀ ਹੈ 80s ਤੋਂ, ਲੇਟ 80s ਜਾਂ ਮਿਡ 80s ਤੋਂ ਇਹ ਮਿਸ਼ਨ ਸ਼ੁਰੂ ਹੋਇਆ। ਅੱਜ ਇਹ ਮਿਸ਼ਨ ਦੀ ਗਰੋਥ ਬਹੁਤ ਹੋਈ ਹੈ। ਪਹਿਲਾਂ ਸਲੋ ਆਈ, ਥੋੜਾ ਗਰੋਥ ਜਿਹੜੀ ਸਲੋ ਸੀਗੀ, ਉਸ ਤੋਂ ਬਾਅਦ ਬੜਾ ਇਹਨੇ ਕਹਿ ਲਓ ਕਿ ਰੈਪਿਡਲੀ ਗਰੋਥ ਕੀਤੀ ਹੈ। ਤੇ ਇਹਦਾ ਮਤਲਬ ਇਹ ਹੋਇਆ ਕਿ ਸੰਗਤਾਂ ਬਹੁਤ ਤੇਜ਼ੀ ਦੇ ਨਾਲ ਕੰਟਰੀਬਿਊਸ਼ਨ, ਉਹਨਾਂ ਨੇ ਪੂਰੀ ਗਰਮਜੋਸ਼ੀ ਦੇ ਨਾਲ ਕੰਟਰੀਬਿਊਸ਼ਨ ਜਿਹੜਾ ਅੱਗੇ ਕੀਤਾ ਹੈਗਾ ਆ। ਸੋ ਜਿੰਨਾ ਤੁਹਾਨੂੰ ਸਪੋਰਟ, ਜਿੰਨਾ ਵੀ ਤੁਹਾਨੂੰ ਜਿਹੜਾ ਬਲ ਉਦਮ ਮਿਲ ਰਿਹਾ ਹੈਗਾ ਸੰਗਤਾਂ ਦੇ ਵੱਲੋਂ, ਸੋ ਸੰਗਤਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਾਂ ਕਹਿ ਲਓ ਵੀ ਜਿਹੜੀਆਂ ਸੰਗਤਾਂ ਹਜੇ ਤੱਕ ਨਹੀਂ ਵੀ ਜੁੜੀਆਂ ਪ੍ਰੋਜੈਕਟਸ ਦੇ ਵਿੱਚ, ਉਹਨਾਂ ਲਈ, ਜਿਹੜੀਆਂ ਤੇ ਜੁੜ ਚੁੱਕੀਆਂ ਉਹਨਾਂ ਲਈ, ਜਾਂ ਜਿਨ੍ਹਾਂ ਨੇ ਹਜੇ ਕੋਈ ਕੰਟਰੀਬਿਊਸ਼ਨ ਨਹੀਂ ਕੀਤਾ, ਦੋਨਾਂ ਹੀ ਕੈਟੇਗਰੀਜ਼ ਲਈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇਸ ਮੰਚ ਤੇ, ਅੱਜ ਅਖੀਰਲਾ ਐਪੀਸੋਡ 2022 ਦਾ? ਦੇਖੋ, ਤੁਹਾਡਾ ਬਹੁਤ ਹੀ ਵਧੀਆ ਕੁਐਸਚਨ ਹੈ ਕਿ ਇਹਦੇ ਵਿੱਚ ਇੱਕ ਜੋ ਸਿੱਖ ਜੀਵਨ ਜਾਂਚ ਹੈ ਨਾ, ਮੈਂ ਕਹਿੰਦਾ ਸੰਗਤ ਜੋ ਹੈ, ਸੰਗਤ ਇੱਕ ਸਿੱਖ ਦੇ ਜੀਵਨ ਦਾ ਧੁਰਾ ਹੈ ਜੀ। ਸੋ ਇਹ ਬਹੁਤ ਹੀ ਜ਼ਰੂਰੀ ਹੈ ਅੱਜ ਸੰਗਤਾਂ ਵਾਸਤੇ। ਜਿੱਥੇ ਕਿ ਅਸੀਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ, ਉੱਥੇ ਇੱਕ ਬੇਨਤੀ ਵੀ ਹੈ ਕਿ ਇਸ ਚੀਜ਼ ਦੇ ਉੱਤੇ ਜ਼ਰੂਰ ਆਪਣਾ ਥੋੜ੍ਹਾ ਜਿਹਾ ਮਨ ਇਕਾਗਰ ਕਰਕੇ ਵਿਚਾਰ ਕੀਤਾ ਜਾਵੇ। ਸੋ ਅਸੀਂ ਜੇ ਅੱਜ ਉੱਥੋਂ ਹੀ ਗੱਲ ਰੱਖੀਏ ਕਿ ਜੇ ਅਸੀਂ ਬਾਬਾ ਜੀ ਦੇ ਜੀਵਨ ਦਾ ਨਿਚੋੜ ਕੱਢ ਕੇ ਸੰਗਤਾਂ ਨੂੰ ਕੋਈ ਸੰਦੇਸ਼ ਦੇਣਾ ਹੋਵੇ ਤਾਂ ਉਹ ਇਹ ਹੈ ਕਿ ਭਾਈ ਹਮੇਸ਼ਾ ਕਿਸੇ ਨਾ ਕਿਸੇ ਜਿਹੜੀ ਗੁਰੂ ਕੀ ਸੰਗਤ ਹੈ ਜੀ, ਉਹਦਾ ਹਿੱਸਾ ਜ਼ਰੂਰ ਬਣੋ। ਕਿਉਂਕਿ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਮੈਨ ਮਾਈਨਸ ਈਗੋ ਇਜ਼ ਇਕੁਅਲ ਟੂ ਗੋਡ ਜੀ। ਉਹ ਮੈਨੂੰ ਬੜੀ ਉਹਨਾਂ ਦੀ ਇਹ ਜਿਹੜੀ ਇਕੁਏਸ਼ਨ ਹੈ ਨਾ, ਬਹੁਤ ਮੇਰੇ ਮਨ ਨੂੰ ਟੁੰਮ ਗਈ। ਅਸੀਂ ਸਮਝਦੇ ਸੀ ਕਿ ਭਾਈ ਜੇ ਤੁਹਾਡੇ ਚੋਂ 50% ਈਗੋ ਖਤਮ ਹੋ ਗਈ ਤਾਂ ਸਮਝ ਲਓ ਤੁਸੀਂ ਅੱਧੇ ਰੱਬ ਹੋ ਗਏ ਜੀ। ਜੇ 100% ਈਗੋ ਖਤਮ ਹੋ ਗਈ ਤਾਂ ਪੂਰੇ ਰੱਬ ਹੋ ਗਏ। ਇਹ ਇੱਕ ਅਟਲ ਸੱਚਾਈ ਹੈ ਜੀ। ਤੇ ਉਹ ਈਗੋ 100% ਜਦੋਂ ਤੁਸੀਂ ਸੰਗਤ ਰੂਪ ਦੇ ਵਿੱਚ ਕੋਈ ਵੀ ਕਰਦੇ ਹੋ, ਉੱਥੇ ਈਗੋ ਨਹੀਂ ਰਹਿ ਜਾਂਦੀ ਜੀ।
ਤਾਂ ਹੀ ਇਹ ਜਿਹੜੀ ਗੁਰਬਾਣੀ ਦਾ ਫਰਮਾਨ ਹੈ ਨਾ, ਇਹਦਾ ਪ੍ਰੈਕਟੀਕਲੀ ਇਹਦਾ ਮੀਨਿੰਗ ਵੀ ਇਹੀ ਤਾਂ ਹੀ ਸਮਝ ਆਉਂਦਾ ਜੀ ਜਦੋਂ ਅਸੀਂ ਇੱਕ ਸੰਗਤ ਰੂਪ ਦੇ ਵਿੱਚ ਕਿਤੇ ਵੀ ਵਿਚਰਦੇ ਹਾਂ। ਜੀ ਮਿਲ ਸਤ ਸੰਗਤ ਖੋਜ ਦਿਸਾਈ, ਜਦੋਂ ਤੁਸੀਂ ਸਤ ਸੰਗਤ ਦੇ ਵਿੱਚ ਮਿਲ ਕੇ ਆਪਣੇ ਮਨ ਦੇ ਵਿੱਚ ਉਸ ਐਕਸਪੀਰੀਅੰਸ ਨੂੰ ਖੋਜਦੇ ਹੋ। ਜੀ ਮਿਲ ਸਤ ਸੰਗਤ ਖੋਜ ਦਿਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਜੀ ਫਿਰ ਉਹ ਪ੍ਰਮਾਤਮਾ ਉਸ ਸੰਗਤ ਦੇ ਵਿੱਚ ਵਸਦਾ, ਜੀ ਤੇ ਜਿੱਥੇ ਪ੍ਰਮਾਤਮਾ ਵਸਦਾ ਤੇ ਜਿੱਥੇ ਸੰਗਤ ਰੂਪ ਦੇ ਵਿੱਚ ਹੁੰਦਾ ਉੱਥੇ ਸਫਲਤਾ 100% ਹੈ। ਜੀ ਸੋ ਜਿਹੜੇ ਸੰਗਤਾਂ ਤਾਂ ਇਸ ਮਿਸ਼ਨ ਦੇ ਵਿੱਚ ਜੁੜੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤੇ ਮੈਨੂੰ ਪੂਰੀ ਆਸ ਹੈ ਕਿ ਉਹ ਇਸ ਸੰਗਤ ਦਾ ਪੂਰਾ ਆਨੰਦ ਮਾਣ ਰਹੀਆਂ ਹੋਣਗੀਆਂ। ਜੀ ਉਹਨਾਂ ਦੇ ਮਨ ਦੇ ਵਿੱਚ ਜੋ ਵੀ ਤਿਲ ਫੁੱਲ ਭੇਟਾ ਉਹ ਇਸ ਪ੍ਰੋਜੈਕਟ ਦੇ ਵਿੱਚ ਪਾਉਂਦੇ ਨੇ, ਇਸ ਸੰਗਤ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ, ਦਸਵੰਧ ਪਾਉਂਦੇ ਨੇ, ਜੀ ਉਹ ਜ਼ਰੂਰ ਉਹਨਾਂ ਦਾ ਆਨੰਦ ਮਾਣਦੇ ਹੋਣਗੇ। ਤੇ ਬਾਕੀ ਸੰਗਤ ਜਿਹੜੀ ਹਾਲੇ ਤੱਕ ਇਸ ਪ੍ਰੋਜੈਕਟ ਤੋਂ ਵਾਂਝੇ ਹਨ, ਜੀ ਕਲਗੀਧਰ ਟਰੱਸਟ ਦੇ ਵਿੱਚ ਆਪਣਾ ਹਿੱਸਾ ਨਹੀਂ ਪਾਇਆ, ਜੀ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਫੋਰਸ ਤਾਂ ਕਿਸੇ ਨੂੰ ਕਰਦੇ ਨਹੀਂ, ਜੀ ਪਰ ਇਹ ਜ਼ਰੂਰ ਅਸੀਂ ਸੁਨੇਹਾ ਜੋੜਦੇ ਹਾਂ ਕਿ ਜਿੱਥੇ ਕਿਤੇ ਇੱਕ ਤਾਂ ਨੰਬਰ 1 ਬਾਬਾ ਜੀ ਦਾ ਇਹ ਸੀ ਕਿ ਦਸਵੰਧ ਜ਼ਰੂਰ ਕੱਢਣਾ। ਜੀ ਇਹ ਦਸਵੰਧ ਜਿਹੜਾ ਗੁਰੂ ਇਹਦਾ ਲੇਖਾ ਦੇਣਾ ਬੜਾ ਮੁਸ਼ਕਲ ਹੋ ਜਾਏਗਾ ਜੇ ਅਸੀਂ ਦਸਵੰਧ ਨਹੀਂ ਕੱਢਾਂਗੇ। ਸੋ ਇਸ ਚੀਜ਼ ਤੋਂ ਨਹੀਂ, ਬਹੁਤ ਇੱਕ ਦਸਵੰਧ ਜ਼ਰੂਰ ਕੱਢਣਾ। ਦੂਸਰਾ ਅਸੀਂ ਸੰਗਤਾਂ ਨੂੰ ਬੇਨਤੀ ਇਹ ਕਰਾਂਗੇ, ਦਸਵੰਧ ਤੁਸੀਂ ਜਿੱਥੇ ਵੀ ਉਹ ਸੰਗਤ ਰੂਪ ਦੇ ਵਿੱਚ ਕੋਈ ਵੀ ਪ੍ਰੋਜੈਕਟ ਚੱਲ ਰਿਹਾ, ਜਿੱਥੇ ਕਿਸੇ ਦੀ ਕੋਈ ਹੈਂਕੜਬਾਜੀ ਜਾਂ ਜਿਹੜੀ ਈਗੋ ਆ ਉਹ ਨਾ ਹੋਵੇ, ਵਿੱਚ ਹਿਊਮਿਲਿਟੀ ਹੋਵੇ, ਨਿਮਰਤਾ ਹੋਵੇ, ਸੰਗਤ ਰੂਪ ਦੇ ਵਿੱਚ ਹੋਵੇ, ਪੰਥਕ ਪ੍ਰੋਜੈਕਟ ਹੋਵੇ, ਤੇ ਤੁਸੀਂ ਆਪ ਵਿੱਚ ਇਨਵੋਲਵ ਹੋ ਕੇ ਉਹਦੇ ਉੱਤੇ ਆਪਣਾ ਵਾਊਚ ਕਰ ਸਕੋ ਕਿ ਹਾਂ ਭਾਈ ਜਿੱਥੇ ਮੇਰਾ ਦਸਵੰਧ ਜਾ ਰਿਹਾ ਉੱਥੇ ਅਸੀਂ ਪਹਿਰਾ ਦੇ ਰਹੇ ਹਾਂ। ਬਿਲਕੁਲ। ਨਹੀਂ ਤਾਂ ਹੁੰਦਾ ਇਹ ਹੈ ਕਿ ਅਸੀਂ ਕਈ ਵਾਰੀ ਪੈਸੇ ਦੇ ਜੋਸ਼ ਦੇ ਵਿੱਚ, ਅਸੀਂ ਕਿਸੇ ਆਪਣੀ ਹਉਮੈ ਦੇ ਜੋਸ਼ ਦੇ ਵਿੱਚ ਉਹ ਜਿਹੜੀ ਪੈਸੇ ਦੀ ਤਾਕਤ ਹੈ ਗਲਤ ਹੱਥਾਂ ਦੇ ਵਿੱਚ ਦੇ ਦਿੰਦੇ ਆ, ਉਹਦੀ ਗਲਤ ਜੋ ਵਰਤੋਂ ਹੁੰਦੀ ਹੈ ਉਹਦਾ ਅਸੀਂ ਰਿਜ਼ਲਟ ਅੱਜ ਪੰਜਾਬ ਵਿੱਚ ਦੇਖ ਰਹੇ ਹਾਂ। ਜੀ ਹੱਥ ਕੰਗਨ ਕੋ ਆਰਸੀ ਕਿਆ, ਹੁਣ ਪ੍ਰੈਕਟੀਕਲੀ ਸਾਡੇ ਸਾਹਮਣੇ ਉਹ ਹੋ ਰਿਹਾ, ਕਿਉਂਕਿ ਨੰਬਰ 1 ਅਸੀਂ ਮੈਜੋਰਿਟੀ ਨੇ ਦਸਵੰਧ ਨਹੀਂ ਪਹਿਲਾਂ ਕੱਢਿਆ, ਮੈਜੋਰਿਟੀ ਨੇ ਸੰਗਤ ਦੇ ਕਨਸੈਪਟ ਨੂੰ ਨਹੀਂ ਸਮਝਿਆ, ਤੇ ਮੈਜੋਰਿਟੀ ਨੇ ਅੱਖਾਂ ਬੰਦ ਕਰਕੇ ਦਸਵੰਧ ਆਪਣਾ ਕੋਈ ਦੇਤਾ। ਬਸ ਇਹਦੇ ਬਹੁਤ ਜ਼ਰੂਰੀ ਹੈ ਕਿ ਜਿਹੜਾ ਤੁਹਾਡਾ ਗੁਰੂ ਨਾਨਕ ਦੇਵ ਜੀ ਦਾ ਕਨਸੈਪਟ ਹੈ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਪ੍ਰੈਕਟੀਕਲੀ ਮਤਲਬ ਹੀ ਇਹੋ ਨਿਕਲਦਾ ਹੈ ਕਿ ਭਾਈ ਤੁਹਾਨੂੰ ਨਾਮ ਕੱਲਾ ਆਪਣਾ ਕੱਲਾ ਸਿਰਫ ਦਸਵੰਧ ਪੈਸੇ ਦਾ ਨਹੀਂ ਕੱਢਣਾ, ਆਪਣਾ ਟਾਈਮ ਦਾ ਦਸਵੰਧ ਵੀ ਕੱਢਣਾ, ਤੇ ਫਿਜ਼ੀਕਲੀ ਜਿਹੜਾ ਹੈ ਆਪਣੇ ਕਿਰਤ ਕਮਾਈ ਹੱਥਾਂ ਦੇ ਆਪਣੇ ਦੇ ਨਾਲ ਜੋ ਵੀ ਸੇਵਾ ਕਰਨੀ ਉਹ ਵੀ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਸੋ ਸੰਗਤ ਦਾ ਬਹੁਤ ਹੀ ਵੱਡਾ ਕਨਸੈਪਟ ਹੈ ਆਪਣੇ ਸਿੱਖੀ ਗੁਰਮਤ ਦੇ ਵਿੱਚ। ਜੀ ਸੋ ਸੰਗਤਾਂ ਅੱਗੇ ਇਹੋ ਹੀ ਬੇਨਤੀ ਹੈ ਕਿ ਆਪਣਾ ਦਸਵੰਧ ਜ਼ਰੂਰ ਕੱਢੋ, ਕਿਉਂਕਿ ਇਹ ਤੇ ਗੁਰੂ ਦੇ ਰਿਹਾ ਸਾਨੂੰ, ਜੋ ਵੀ ਦੇ ਰਿਹਾ। ਜੀ 100% ਜੋ ਸਾਡੀ ਇਨਕਮ ਉਹ ਗੁਰੂ ਦੇ ਰਿਹਾ ਸਾਨੂੰ, ਵਾਹਿਗੁਰੂ ਦੇ ਰਿਹਾ। ਬਿਲਕੁਲ। ਤੇ ਅਸੀਂ ਉਹਦਾ ਇੱਕ ਤਰ੍ਹਾਂ ਦਾ ਇੱਕ ਰੈਕੋਗਨੀਸ਼ਨ ਹੀ ਹੈ ਕਿ ਜਦੋਂ ਅਸੀਂ ਇੱਕ ਤਾਂ ਮਾਇਆ ਦੇ ਨਾਲ ਤੁਹਾਡਾ ਮੋਹ ਟੁੱਟਦਾ, ਕਿਉਂਕਿ ਜੇ ਅਸੀਂ ਦਸਵੰਧ ਨਹੀਂ ਕੱਢ ਸਕਦੇ ਇਹਦਾ ਮਤਲਬ ਕਿ ਮਾਇਆ ਦੇ ਵਿੱਚ ਅਸੀਂ ਜਕੜੇ ਗਏ ਹਾਂ, ਕਿ ਉਹ ਜਿਹੜਾ ਮਾਇਆ ਦਾ ਮੋਹ ਆ ਨਾ, ਉਹ ਤੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਤੇ ਉਹ ਤੁਹਾਨੂੰ ਵੀ ਨਹੀਂ ਛੱਡੇਗੀ। ਉਹ ਤਾਂ ਗਰੰਟੀਡ ਹੈ ਨਾ ਕਿ ਜੇ ਤੁਸੀਂ ਦਸਵੰਧ ਨਹੀਂ ਕੱਢਦੇ ਤਾਂ ਸਮਝ ਲਓ ਕਿ ਮਾਇਆ ਨੇ ਨਿਗਲ ਲਿਆ ਤੁਹਾਨੂੰ। ਸੋ ਉਹ ਬਹੁਤ ਜ਼ਰੂਰੀ ਹੈ ਕਿ ਦਸਵੰਧ ਜ਼ਰੂਰ ਕੱਢੋ। ਉਹ ਤੋਂ ਬਾਅਦ ਸੰਗਤ ਜ਼ਰੂਰ ਕਰੋ, ਸੰਗਤ ਦੇ ਵਿੱਚ ਜਿੱਥੇ ਵੀ ਤੁਸੀਂ ਤੁਹਾਡਾ ਦਸਵੰਧ ਦੇਣਾ ਉਹ ਸੰਗਤ ਰੂਪੀ ਦੇ ਵਿੱਚ ਦੇਵੋ। ਪਰ ਅੱਜ ਕੱਲ੍ਹ ਜੋ ਪੰਥ ਦੇ ਟੁਕੜੇ ਹੋਏ ਨੇ ਨਾ, ਟੁਕੜੇ ਹੋਣ ਦਾ ਕਾਰਨ ਹੀ ਇਹ ਹੋਇਆ ਕਿ ਮੈਂ ਮੈਨੂੰ ਗੁਰਦੁਆਰੇ ਦਾ ਪ੍ਰਧਾਨ ਨਹੀਂ ਬਣਾਇਆ ਤਾਂ ਮੈਂ ਇੱਕ ਹੋਰ ਗੁਰਦੁਆਰਾ ਬਣਾ ਲੈਣਾ, ਮੈਨੂੰ ਇਹ ਸੰਸਥਾ ਦੇ ਵਿੱਚ ਅਹੁਦਾ ਨਹੀਂ ਮਿਲਿਆ ਮੈਂ ਇੱਕ ਹੋਰ ਸੰਸਥਾ ਬਣਾ ਲੈਣੀ ਹੈ। ਉਹ ਪੰਥ ਦੇ ਇੰਨੇ ਟੁਕੜੇ ਹੋ ਗਏ ਨੇ, ਇੰਨਾ ਪੰਥ ਇਸ ਵੇਲੇ ਕਮਜ਼ੋਰ ਹੋ ਗਿਆ ਹੈ। ਉਹ ਯੂਨਿਟੀ ਤੋਂ ਬਿਨਾਂ ਉਹ ਜਿਹੜੀ ਸਟਰੈਂਥ ਜੋ ਚਾਹੀਦੀ ਹੈ, ਜੋ ਪੰਥਕ ਸਟਰੈਂਥ, ਉਹ ਸਾਰੀ ਸਟਰੈਂਥ ਹੀ ਸੰਗਤ ਦੀ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਜਦ ਉਹ ਸਟਰੈਂਥ ਨਹੀਂ ਰਹੇਗੀ ਤੇ ਸਾਡੀ ਅਚੀਵਮੈਂਟ ਕਿੱਥੋਂ ਆਏਗੀ? ਪਰ ਜੋ ਕਲਗੀਧਰ ਟਰੱਸਟ ਦੇ ਵਿੱਚ ਮੈਂ ਕਹਾਂਗਾ ਇਹਦੇ 'ਚ ਸਭ ਤੋਂ ਵੱਡੀ ਹਿਊਮਿਲਿਟੀ, ਸਭ ਤੋਂ ਵੱਡਾ ਸੰਗਤਾਂ ਦਾ ਯੋਗਦਾਨ, ਤੇ ਉਹ ਮੈਂ ਕਹਿੰਦਾ ਜਿਹੜਾ ਉਹ ਦਸਵੰਧ ਹੈ ਜਿਹੜਾ ਸੰਗਤੀ ਰੂਪ ਦੇ ਵਿੱਚ ਸੰਸਥਾ 'ਚ ਲੱਗਾ, ਇਹ ਸਿਰਫ ਉਹਦੀ ਬਰਕਤ ਹੀ ਹੈ ਜਿਹੜਾ ਕਿ ਇੰਨੇ ਛੋਟੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਹਿਲੇ 1988-89 ਤੋਂ ਲੈ ਕੇ 2005 ਤੱਕ ਕੋਈ 10-15-20 ਅਕੈਡਮੀਆਂ ਤੱਕ ਜਾ ਕੇ ਬਾਬਾ ਜੀ ਆਪ ਦੱਸਦੇ ਨੇ ਕਿ ਸਾਡੇ ਬਿਲਕੁਲ ਥੱਕ ਗਏ ਸੀ ਪਈ, ਬਹੁਤ ਹੋ ਗਿਆ, ਇੰਨਾ ਬਹੁਤ ਆ। ਪਰ ਜਦੋਂ ਸੰਗਤਾਂ ਨੇ ਆ ਕੇ ਜ਼ੋਰ ਪਾਇਆ ਵੀ ਸਾਡੇ ਤਾਂ ਬੱਚੇ ਬਰਬਾਦ ਹੋ ਰਹੇ ਨੇ, ਅਸੀਂ ਜ਼ਮੀਨਾਂ ਦੇ ਰਹੇ ਹਾਂ, ਸਾਡੇ ਪਿੰਡ ਦੇਖੋ, ਪਿੰਡਾਂ 'ਚ ਜਾ ਕੇ 1-1 2-2 ਕਮਰੇ ਬਣਾ ਕੇ ਜਿਹੜੀਆਂ ਅਕੈਡਮੀਆਂ ਖੋਲ੍ਹੀਆਂ, ਅੱਜ ਉਹ ਜਦੋਂ 10+2 ਹੋ ਗਈਆਂ, ਉਹ ਤੇ ਐਡਾ ਬੜਾ ਇੱਕ
ਐਡੀ ਵੱਡੀ ਸੰਸਥਾ ਜਾਪਦੀਆਂ ਨੇ ਕਿ ਇਹ ਮਿਰੇਕਲ ਕਿਸ ਤਰ੍ਹਾਂ ਹੋ ਗਿਆ ਕਿ ਜੰਗਲ ਦੇ ਵਿੱਚ ਮੰਗਲ ਕਿੱਥੋਂ ਲੱਗ ਗਏ ਜੀ। ਤੇ ਜਦੋਂ ਵਿੱਚ ਬੱਚੇ ਸਾਰੇ ਅੰਮ੍ਰਿਤਧਾਰੀ ਬੱਚੇ ਤੁਸੀਂ ਦ੍ਰਿਸ਼ ਦੇਖਦੇ ਹੋ ਟੀਵੀ ਤੇ ਤੁਹਾਡਾ ਕਿਸ ਤਰ੍ਹਾਂ ਦਾ ਮਨ ਜਿਹੜਾ ਨਹੀਂ ਪਿਘਲਦਾ ਜੀ। ਸੋ ਸਾਡਾ ਆਪ ਮੁਹਾਰੇ ਹੀ ਦਿਲ ਕਰਦਾ ਕਿ ਭਾਈ ਅਸੀਂ ਇਹ ਬੱਚੇ ਜਿਹੜੇ ਆ ਜੀ ਇਹਨਾਂ ਦੇ ਵਿੱਚੋਂ ਜਿਹੜੇ ਫੀਸ ਨਹੀਂ ਬੱਚੇ ਦੇ ਸਕਦੇ ਅਸੀਂ ਉਹ ਇੱਕ ਬੱਚਾ ਅਡਾਪਟ ਕਰੀਏ। ਜੀ। ਸੋ ਮੈਂ ਤੇ ਇਹ ਵੀ ਕਹਾਂਗਾ ਕਿ ਹਾਲੇ ਵੀ 2022 ਚ ਟਾਈਮ ਹੈ ਜੀ, ਇਹਨੂੰ ਵੀ ਸਫਲਾ ਕਰ ਲਓ। ਬਿਲਕੁਲ। ਜਿਨ੍ਹਾਂ ਨੇ ਨਹੀਂ ਹਾਲੇ ਬੱਚਾ ਕੋਈ ਸਪਾਂਸਰ ਕੀਤਾ ਜੀ, ਉਹ ਇੱਕ ਬੱਚਾ ਜ਼ਰੂਰ ਸਪਾਂਸਰ ਕਰਨ। ਜੀ। ਤੇ ਜਿਹੜੇ 2023 ਦੇ ਵਿੱਚ ਮੈਂ ਕਹਿੰਦਾ ਕਿ ਹੁਣ ਜਿਸ ਤਰ੍ਹਾਂ ਸਾਡੇ ਕੋਲ ਬੱਚੇ ਤਾਂ ਰਿਕੁਆਇਰਮੈਂਟ ਤੇ ਬਹੁਤ ਹੈ, ਜੀ। ਹਜ਼ਾਰਾਂ ਦੀ ਗਿਣਤੀ 'ਚ ਬੱਚੇ ਵੇਟ ਕਰ ਰਹੇ ਆ, ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਅਸੀਂ ਐਡਮਿਸ਼ਨ ਲੈ ਲਿਆ ਉਹਦੀ ਸਪਾਂਸਰਸ਼ਿਪ ਵੇਟ ਕਰ ਰਹੇ ਆ। ਜੀ। ਉਹ ਜਿੰਨਾ ਵੀ ਪਾਰਟਿਸਿਪੇਸ਼ਨ ਹੋਏਗਾ ਸੰਗਤ ਦਾ ਤੇ ਉਨਾ ਹੀ ਇਹੋ ਜਿਹੜਾ ਟਰਸਟ ਹੈ ਅੱਗੇ ਤੋਂ ਜ਼ਿਆਦਾ ਪ੍ਰੋਗਰੈਸ ਕਰੇਗਾ। ਕਿਉਂਕਿ ਹੁਣ ਸੰਗਤਾਂ ਜਾਣਦੀਆਂ ਨੇ ਕਿ 130 ਅਕੈਡਮੀ ਮੈਨੂੰ ਲੱਗਦਾ ਨੀਲੀ 4-5 ਸਾਲ ਤੋਂ ਉੱਥੇ ਹੀ ਇਹੋ ਇੱਕ ਜਿਹੜੀ ਪ੍ਰੋਗਰੈਸ ਸੀ ਉਹ ਇੱਕ ਤਰ੍ਹਾਂ ਦੀ ਚਲੋ ਉਹਨੂੰ ਸਟੈਬਲਾਈਜ਼ ਕਰ ਰਹੇ ਨੇ ਤੇ ਉਹਨਾਂ ਨੂੰ ਐਸਟੈਬਲਿਸ਼ ਕਰ ਰਹੇ ਨੇ। ਜੀ। ਪਰ ਪੰਜਾਬ ਦਾ ਹੱਲ ਹੋਰ 500 ਸਕੂਲਾਂ ਤੋਂ ਬਿਨਾਂ ਹੋਰ ਕੋਈ ਪੰਜਾਬ ਦਾ ਹੱਲ ਨਹੀਂ ਹੈਗਾ। ਜੀ 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 ਬਿਲਕੁਲ ਜੀ। ਅਟਵਾਲ ਸਾਹਿਬ ਤੁਸੀਂ ਬਹੁਤ ਚੀਜ਼ਾਂ ਇਸ ਐਨਾਲਿਸਿਸ ਦੇ ਵਿੱਚ ਹਾਈਲਾਈਟ ਕੀਤੀਆਂ। ਯੂਨਿਟੀ ਦੀ ਗੱਲ ਤੁਸੀਂ ਬਹੁਤ ਵੱਡੀ ਕਹੀ ਹੈ ਜੀ। ਬਿਲਕੁਲ ਇਹ ਇੱਕ ਗਲੋਬਲ ਜਿਹੜਾ ਮੈਟਰ ਹੈ ਜਾਂ ਇਸ਼ੂ ਕਹਿ ਲਓ ਹੈਗਾ ਆ ਕਿ ਯੂਨਿਟੀ ਬੜੀ ਵੱਡੀ ਚੀਜ਼ ਹੁੰਦੀ ਹੈ ਜੀ। ਜਿਹੜੀ ਤੁਸੀਂ ਗੱਲ ਕਹੀ ਕਿ ਈਗੋ ਦੀ ਗੱਲ ਹੈ ਕਿ ਮੈਨ ਮਾਈਨਸ ਈਗੋ ਇਜ਼ ਇਕੁਅਲ ਟੂ ਗੋਡ, ਮੈਨੂੰ ਲੱਗਦਾ ਇਸ ਤੋਂ ਵੱਡੀ ਸ਼ਾਇਦ ਕੋਈ ਦੁਨੀਆ ਤੇ ਕੋਈ ਮੈਥਮੈਟੀਕਲ ਵੀ ਆਈ ਥਿੰਕ ਇਸ ਤੋਂ ਉੱਤੇ ਕੋਈ ਇਕੁਏਸ਼ਨ ਨਹੀਂ ਹੋ ਸਕਦੀ, ਕੋਈ ਕਿੰਨਾ ਹੀ ਸਾਇੰਟਿਸਟ ਹੋਵੇ। ਤੇ ਇਹ ਜਿਹੜੀ ਗੱਲ ਤੁਸੀਂ ਸੰਗਤਾਂ ਦੀ ਕੀਤੀ ਹੈ ਕੰਟਰੀਬਿਊਸ਼ਨ ਰਿਹਾ ਕਿੱਥੋਂ ਚੱਲੇ 29-30 ਤੋਂ ਬਾਅਦ ਸੀਗਾ ਵੀ ਠੀਕ ਹੈ ਬਹੁਤ ਹੋ ਗਿਆ, ਬੰਦਾ ਹੋ ਜਾਂਦਾ ਕਿ 29-30 ਕਿੱਦਾਂ ਮੈਨੇਜ ਕਰਾਂਗੇ। ਪਰ ਦੇਖੋ ਉਸ ਤੋਂ ਬਾਅਦ 100+ ਐਡ ਹੋਈਆਂ ਉਹਦੇ ਵਿੱਚ ਹੈ ਨਾ ਜੀ। 130 ਦੇ ਕਰੀਬ ਹੁਣ ਹੋ ਗਈਆਂ। ਹੁਣ ਇੱਥੇ ਆ ਕੇ ਠੀਕ ਹੈ ਚੈਲੰਜਸ ਬੜੇ ਆਏ ਨੇ ਕਿ ਕੋਵਿਡ ਦੇ ਚੈਲੰਜ ਵੀ ਆਏ, ਹੋਰ ਬੜੇ ਤਰ੍ਹਾਂ ਦੇ ਚੈਲੰਜ ਵੀ ਆਏ। ਹੁਣ ਬਾਬਾ ਜੀ ਦਾ ਜਿਹੜਾ ਸਰੀਰਕ ਤੌਰ ਤੇ ਜਾਣਾ ਵੀ ਇੱਕ ਵੱਡੀ ਚੀਜ਼ ਸੀਗੀ। ਉਹ ਜਿਹੜੀ ਟ੍ਰਾਂਜੀਸ਼ਨ ਹੋਈ, ਇਹ ਸਾਰੀਆਂ ਬੜੀਆਂ ਸਾਈਕੋਲੋਜੀਕਲ ਚੀਜ਼ਾਂ ਵੀ ਬੈਰੀਅਰ ਵੀ ਕਈ ਵਾਰ ਚੀਜ਼ ਹੋ ਜਾਂਦੇ ਆ ਕਿ ਉਸ ਚੀਜ਼ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਹੈਗਾ। ਪਰ ਉਹੀ ਗੱਲ ਹੈ ਕਿ ਸੰਗਤਾਂ ਦੀ ਗੱਲ ਹੈ ਜੀ। ਸੰਗਤਾਂ ਨੇ ਪਹਿਲਾਂ ਸਪੋਰਟ ਕੀਤੀ, ਹੁਣ 130 ਤੇ ਜੇਕਰ ਉਹ ਇੱਕ ਕਹਿ ਲਓ ਰੁਕੀ ਹੋਈ ਹੈ, ਉਹ ਨੰਬਰ 1 ਰੁਕਿਆ ਹੋਇਆ ਆ, ਤਾਂ ਉਹ ਪਤਾ ਨਹੀਂ ਕਦੋਂ, ਜਿਸ ਤਰ੍ਹਾਂ ਪਹਿਲਾ ਬੂਸਟ ਆਇਆ ਪਤਾ ਨਹੀਂ ਕਦੋਂ ਨੈਕਸਟ ਬੂਸਟ ਜਿਹੜਾ ਆ ਹੋ ਸਕਦਾ ਹੋਪਫੁਲੀ 23 ਦੇ ਵਿੱਚ ਉਹ ਬੂਸਟ ਸਾਨੂੰ ਦੇਖਣ ਨੂੰ ਮਿਲੇ, ਕਦੇ ਵੀ ਆ ਸਕਦਾ। ਸੋ ਜੇ ਹੁਣ ਗੱਲ ਅਸੀਂ ਕਰੀਏ ਜੀ ਕਿ ਜਿਹੜੇ ਜੋ ਹੜ੍ਹਾਂ ਦੀ ਸਿਚੁਏਸ਼ਨ ਸੀਗੀ, ਮੈਂ ਉੱਥੇ ਆਉਣਾ ਚਾਹਾਂਗਾ। ਹੁਣ ਫਲੱਡ ਰਿਲੀਫ ਦੇ ਕੰਮ ਚੱਲਦੇ ਸੀਗੇ। ਸੋ ਮੈਂ ਚਾਹਾਂਗਾ ਕਿ ਹੁਣ ਅਸੀਂ 2022 ਦੇ ਵਿੱਚ ਉਹ ਵੀ ਜੇ ਅਸੀਂ ਕੋਈ ਨਾ ਕੋਈ ਅਪਡੇਟ ਆਪਣੀਆਂ ਸੰਗਤਾਂ ਨੂੰ ਦੇ ਸਕੀਏ ਕਿ ਕਿੱਥੇ ਕੁ ਪਹੁੰਚੇ ਹੈ, ਕਿੰਨੀ ਕੁ ਰਿਕਵਰੀ ਹੋ ਗਈ ਹੈ ਸਾਡੇ ਕਲਗੀਧਰ ਟਰਸਟ ਦੇ ਜੋ ਵੀ ਉੱਥੇ ਡੈਮੇਜ ਹੋਇਆ ਹੈਗਾ, ਰੋਡ ਵਰਕਸ ਸੀਗੇ ਜਾਂ ਬੇਸਿਕ ਫੈਸਿਲਿਟੀਜ਼ ਕਿਆ ਸਾਰੀਆਂ ਰੀਸਟੋਰ ਹੋ ਗਈਆਂ, ਕੀ ਸਿਚੁਏਸ਼ਨ ਹੈ ਜੀ? ਦੇਖੋ ਵਾਹਿਗੁਰੂ ਦੀ ਬੜੀ ਕਿਰਪਾ ਹੈ ਕਿਉਂਕਿ ਇਹਨਾਂ ਦੇ ਜਿੰਨੀ ਵੀ ਉਹ ਇਨਫਰਾਸਟ੍ਰਕਚਰ ਨੈਟਵਰਕ ਸੀਗਾ ਆਪਣਾ, IT ਦਾ ਨੈਟਵਰਕ, ਇਲੈਕਟ੍ਰਿਕ ਸਿਸਟਮ ਦਾ ਨੈਟਵਰਕ ਜੀ ਤੇ ਕੰਪਿਊਟਰਸ ਦਾ ਹੋਰ ਜੋ ਵੀ ਉਹਨਾਂ ਦਾ ਨੈਟਵਰਕ ਸੀ, ਉਹ ਬੜਾ ਮਤਲਬ ਇੱਕ ਫਲੋਰ ਸਾਰੀਆਂ ਬਿਲਡਿੰਗਾਂ ਜੋ ਕਿ ਪਾਣੀ ਦੇ ਵਿੱਚ ਡੁੱਬੀਆਂ ਰਹੀਆਂ ਤੇ ਸਾਰੀ ਜਗ੍ਹਾ ਉਹ ਮੱਡ ਇਕੱਠਾ ਹੋ ਗਿਆ, ਉਹਦੇ ਨਾਲ ਬਹੁਤ ਵੱਡਾ ਡੈਮੇਜ ਹੋਇਆ ਜੀ। ਤੇ ਉਹਦੇ 'ਚ ਜਿਹੜੇ ਵੀ ਜਿਸ ਤਰ੍ਹਾਂ ਕਿ ਹੁਣ ਨਿਊ ਕਨਸੈਪਟ ਹੈ ਕੋਆਪਰੇਟ ਸੋਸ਼ਲ ਰਿਸਪੌਂਸਿਬਿਲਿਟੀ, ਬੜੇ ਬਿਜ਼ਨੈਸਿਸ ਨੇ ਬਿਲਕੁਲ ਉਹ ਵੀ ਇਸ ਚੀਜ਼ ਨੂੰ ਦੇਖਦੇ ਨੇ ਕਿ ਅਸੀਂ ਆਪਣਾ ਜਿਹੜਾ ਰੋਲ ਹੈ ਉਹਨਾਂ ਦਾ ਵੀ ਇਹ ਦਸਵੰਧ ਵਾਲੇ ਰੋਲ ਹੈ ਜੀ ਜੀ ਬਿਲਕੁਲ ਕਿ ਇੱਕ ਇੰਡੀਵਿਜੂਅਲ ਦੇ ਦਸਵੰਧ ਦੇ ਦਾ ਅਸੀਂ ਬਹੁਤ ਇੰਪੋਰਟੈਂਸ ਹਮੇਸ਼ਾ ਦੱਸ ਦਿੰਦੇ ਆ, ਪਰ ਐਜ਼ ਐਨ ਆਰਗੇਨਾਈਜੇਸ਼ਨ ਜਿਹੜੀ ਕੋਆਪਰੇਟ ਸੋਸ਼ਲ ਰਿਸਪੌਂਸਿਬਿਲਿਟੀ ਹੈ ਉਹ ਸਮਝ ਲਓ ਦਸਵੰਧ ਦਾ ਹੀ ਦੂਸਰਾ ਨਾਮ। ਉਹਦੇ 'ਚ ਹੁਣ ਪਿਛਲੇ ਹਫਤੇ ਹੀ ਸਾਨੂੰ ਇੱਕ ਨਿਊਜ਼ ਮਿਲੀ ਹੈ ਕਿ ਇੱਕ ਕੰਪਨੀ ਨੇ ਨੀਅਰਲੀ 25 ਲੱਖ ਦਾ ਪੈਕੇਜ ਦਿੱਤਾ ਇਹ ਸਾਰੇ ਨੈਟਵਰਕ ਵਗੈਰਾ ਇਹਨਾਂ ਨੂੰ ਇੰਪਰੂਵ ਕਰਨ ਲਈ, ਰੀਨਿਊ ਜਿੱਥੇ ਵੀ ਕਰਨੇ। ਸੋ ਵਾਹਿਗੁਰੂ ਦੀ ਬੜੀ ਕਿਰਪਾ। ਮੈਂ ਜਿਸ ਤਰ੍ਹਾਂ ਦੱਸਿਆ ਕਿ ਸਿਰਫ ਉਹਨਾਂ ਦਾ ਥੋੜ੍ਹੀ ਜਿਹੀ ਇੰਟਰਪਸ਼ਨ ਹੋਈ ਹੈ ਤੇ ਉਹਨੇ 2 ਦਿਨ ਤੋਂ ਬਾਅਦ ਹੀ ਜੋ ਵੀ ਸੇ ਰੂਟੀਨ ਦੀਆਂ ਕਲਾਸਾਂ ਸ਼ੁਰੂ ਕਰਤੀਆਂ, ਬੱਚਿਆਂ ਦਾ ਨੁਕਸਾਨ ਨਹੀਂ ਹੋਇਆ। ਪਰ ਬਹੁਤ ਟੈਸਟਿੰਗ ਟਾਈਮ ਸੀ, ਸਾਰਿਆਂ ਵਾਸਤੇ ਟੈਸਟਿੰਗ ਟਾਈਮ ਸੀ। ਸੋ ਇਸ ਇਨਸੀਡੈਂਸ ਕਰਕੇ ਮੈਂ ਕਹਿੰਦਾ ਇਹਨਾਂ ਦਾ ਕਲਗੀਧਰ ਟਰਸਟ ਦਾ ਬੜੂ ਸਾਹਿਬ ਦਾ ਐਕਸਪੋਜ਼ਰ ਜਿੱਥੇ ਸੰਗਤਾਂ ਨੂੰ ਪਤਾ ਹੀ ਨਹੀਂ ਸੀ ਕਿ ਇੱਦਾਂ ਦੀ ਕੋਈ ਆਰਗੇਨਾਈਜੇਸ਼ਨ ਹੈ, ਉਹ ਮੈਂ ਸਮਝਦਾ ਕਿ 10 ਗੁਣਾ ਜ਼ਿਆਦਾ ਉਹਦਾ ਪ੍ਰਚਾਰ ਵੀ ਹੋਇਆ। ਸੋ ਇਸ ਤਰ੍ਹਾਂ ਦੇ ਪੱਖ ਹੈਗੇ ਨੇ। ਸੋ ਉਹ ਹੁਣ ਜਿਹੜਾ ਮੇਨ ਜਿਹੜਾ ਕੰਮ ਹੁਣ ਆਊਟਸਟੈਂਡਿੰਗ ਹੈ ਉਹ ਹੈਗਾ ਰੋਡਸ ਦਾ। ਅੱਛਾ ਜੀ। ਹਾਂ, ਰੋਡਸ ਦਾ ਜਿਹੜਾ ਉਹ ਉੱਚ ਟਾਈਮ ਲੱਗੇਗਾ ਕਿਉਂਕਿ ਪਹਾੜੀ ਇਲਾਕੇ 'ਚ ਰੋਡਸ ਬਣਾਉਣਾ ਬੜਾ ਇਹ ਸੌਖਾ ਕੰਮ ਨਹੀਂ ਹੈਗਾ। ਪਰ ਜਿਹੜਾ ਉੱਦਾਂ ਉਹਨਾਂ ਦਾ ਬਿਲਡਿੰਗਾਂ ਦਾ ਸੀ ਤੇ ਕੰਪਲੈਕਸ ਦਾ ਜੋ ਸਾਰਾ ਨੈਟਵਰਕ ਵਗੈਰਾ ਉਹ ਸਾਰਾ ਆਪਰੇਸ਼ਨਲ ਆ ਜੀ। ਸੋ ਉਸ ਪਾਸੋਂ ਇਟਸ ਆਲ ਬੈਕ ਟੂ ਨਾਰਮਲ। ਹਾਂਜੀ ਜੀ। ਅੱਛਾ ਜੀ, ਚਲੋ ਬੜੀ ਖੁਸ਼ੀ ਦੀ ਗੱਲ ਹੈ ਕਿ
ਜਿਸ ਤਰ੍ਹਾਂ ਦੇ ਹਾਲਾਤ ਬਣੇ ਸੀ, ਜਿਸ ਤਰ੍ਹਾਂ ਦੀਆਂ ਵੀਡੀਓ ਸਾਡੇ ਕੋਲ ਆਈਆਂ ਸੀ, ਉਹ ਦੇਖਣ ਨੂੰ ਹੀ ਲੱਗਦਾ ਸੀ ਕਿ ਉਹ ਪਹਾੜੀ ਏਰੀਆ ਲੱਗਦਾ ਹੀ ਨਹੀਂ ਸੀ। ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਦੇ ਨੋਰਮਲ ਹੜ੍ਹ ਅਸੀਂ ਦੇਖਦੇ ਹਾਂ। ਉਹ ਬੜੂ ਸਾਹਿਬ ਦਾ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਉੱਥੇ ਆਹ ਚੀਜ਼ ਚੱਲ ਰਹੀ ਹੈ। ਬਟ ਐਨੀਵੇ, ਜਿਸ ਤਰ੍ਹਾਂ ਤੁਸੀਂ ਦੱਸਿਆ ਉਹੀ ਗੱਲ ਆ ਗਈ ਫਿਰ ਸੰਗਤ ਰੂਪ ਦੇ ਵਿੱਚ, ਜਿਹੜਾ ਕਹਿ ਲਓ ਵੀ ਉਹ ਦੁਬਾਰਾ ਰੀਇਨਸਟੇਟ ਹੋ ਰਹੀਆਂ ਨੇ ਚੀਜ਼ਾਂ ਜੀ। ਬੜੀ ਇਹ ਖੁਸ਼ੀ ਦੀ ਗੱਲ ਹੈ। ਆਈ ਥਿੰਕ ਇਹ ਇੱਕ ਨਾਲੇ ਇੱਕ ਪੋਜ਼ਿਟਿਵ ਗੱਲ ਜਿਹੜੀ ਤੁਸੀਂ ਵਿੱਚ ਇਹਦੇ ਹੋਰ ਕਹੀ ਹੈ ਕਿ ਸੰਗਤਾਂ 'ਚ ਵੱਧ ਨਹੀਂ ਵੀ ਪਤਾ ਸੀ। ਜਿਸ ਤਰ੍ਹਾਂ ਹੁਣ ਦੱਸਿਆ ਕਿ 20 ਅਕੈਡਮੀਆਂ ਤੋਂ 130 ਤੱਕ ਪਹੁੰਚਣਾ, ਨੀਅਰਲੀ 100 ਅਕੈਡਮੀ ਲਗਾਤਾਰ ਸ਼ੁਰੂ ਕਰਨੀ, ਇਹ ਬਿਨਾਂ ਸੰਗਤ ਦੇ ਸਹਿਯੋਗ ਤੋਂ ਨਹੀਂ ਹੋ ਸਕਦੀ। ਹੁਣ ਕਿਸੇ ਗਵਰਨਮੈਂਟ ਨੇ ਥੋੜੀ ਲੈ ਕੇ ਆ ਵੀ ਤੁਸੀਂ ਲੈ ਲਓ 750 ਕਰੋੜ ਲੈ ਲਓ, 100 ਕਰੋੜ ਲੈ ਲਓ। ਬੰਦੇ ਖਰੀਦਣ ਲਈ ਤਾਂ 500 ਕਰੋੜ ਵੀ ਦੇ ਦੇਣਗੇ ਉਹ। ਬਿਲਕੁਲ। ਪਰ ਜਿਹੜਾ ਧਾਰਮਿਕ ਇਸ ਤਰ੍ਹਾਂ ਦਾ ਕਾਰਜ ਹੈ, ਪੰਜਾਬ ਦੀ ਤਰੱਕੀ ਵਾਲਾ ਕਾਰਜ ਹੈ, ਸਿੱਖੀ ਦੀ ਚੜ੍ਹਦੀ ਕਲਾ ਵਾਲਾ ਕਾਰਜ ਹੈ, ਉਹਦੇ 'ਚ ਮੈਂ ਕਹਿੰਦਾ ਕਿ ਬਹੁਤ ਹਰ ਪਾਸਿਓਂ ਸਿੱਖੀ ਨੂੰ ਧੱਕਾ ਲੱਗਾ। ਤੇ ਉਹ ਸੰਗਤਾਂ ਨੂੰ ਉਸ ਚੀਜ਼ ਨੂੰ ਇੱਕ ਐਜ਼ ਏ ਵੰਗਾਰ ਸਮਝ ਕੇ ਵੱਧ ਚੜ੍ਹ ਕੇ ਮੋਰੇ ਆਉਂਦੇ ਵੀ ਨੇ, ਕਰਦੇ ਨੇ। ਬਹੁਤ ਚੜ੍ਹਦੀ ਕਲਾ ਵਾਲੇ ਸੰਗਤ ਦੇ ਹੈਗੇ ਨੇ ਆਪਣੇ ਗੁਰਸਿੱਖ, ਸੋ ਵਾਹਿਗੁਰੂ ਦੀ ਪੂਰੀ ਕਿਰਪਾ ਹੈ। ਪਰ ਚੈਲੰਜ ਬਹੁਤ ਵੱਡਾ ਹੈ ਤੇ ਸੰਗਤ ਵੀ ਬਹੁਤ ਵੱਡੀ ਹੈ। ਬਿਲਕੁਲ ਜੀ। ਟਵਾਲ ਸਾਹਿਬ, ਜੇ ਹੁਣ ਅਸੀਂ ਫੋਕਸ ਕਰੀਏ 2023 ਤੇ, ਕਿ 2023 ਦੇ ਵਿੱਚ ਆਰਗੇਨਾਈਜੇਸ਼ਨ ਦੇ ਕਿਆ ਕੁਝ ਨਵੇਂ ਇਨੀਸ਼ੀਏਟਿਵ ਹੋਣਗੇ ਜਾਂ ਏਜੰਡਾ ਉਹੀ ਹੋਏਗਾ, ਜਾਂ ਅਗਰ ਏਜੰਡਾ ਉਹ ਵੀ ਹੋਵੇ ਫਿਰ ਵੀ ਕਿਆ ਉਹਦੇ ਵਿੱਚ ਸਾਡੇ ਕੋਈ ਫਰਦਰ ਆਬਜੈਕਟਿਵ ਹੈਗੇ ਨੇ? ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ, ਜਿਹੜਾ ਆਰਗੇਨਾਈਜੇਸ਼ਨ ਦਾ ਬੇਸ ਹੈ ਗੁਰਮਤਿ ਬੇਸ ਹੈ ਜੀ। ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਜੀ। ਉਹ ਜਿਹੜੇ ਅਕੈਡਮੀ ਦੇ ਬੱਚੇ ਨੇ ਜੀ, ਉਹਨਾਂ ਦੀ ਅੰਤਰ ਸੁਰਤ ਗਿਆਨ 'ਤੇ ਹੀ ਫੋਕਸ ਕਰਦੇ ਨੇ ਕਿ ਜਿਹੜਾ ਗੁਰਮਤਿ ਦਾ ਏਜੰਡਾ ਹੈ, ਵੈਲਿਊ ਬੇਸਡ ਐਜੂਕੇਸ਼ਨ ਹੈ ਜੀ। ਸੋ ਇਹਦੇ 'ਚ 22-23 ਵਾਲਾ ਚੱਕਰ ਹੈ ਨਹੀਂ। ਸਿੱਖੀ ਦੇ ਵਿੱਚ ਨਵੇਂ ਪੁਰਾਣੇ ਦਾ ਚੱਕਰ ਹੈ ਨਹੀਂ ਜੀ। ਸੱਚ ਪੁਰਾਣਾ ਨਾ ਥੀਏ, ਨਾਮ ਨਾ ਮਿਲਾ ਹੋਏ ਜੀ। ਗੁਰ ਕੇ ਭਾਣੇ ਜੇ ਚੱਲੇ ਬਹੁਰ ਨਾ ਆਵਣ ਹੋਏ, ਨਾਨਕ ਨਾਮ ਵਿਸਾਰੀਏ ਆਵਣ ਜਾਣਾ ਦੋਏ ਜੀ। ਸੋ ਜਿਹੜਾ ਮੈਂ ਤਾਂ ਇਹ ਸਮਝਾਂਗਾ ਕਿ ਠੀਕ ਹੈ, ਨਾਨਕ ਸਤਿਗੁਰ ਭੇਟੀਏ ਜੀ, ਪੂਰੀ ਹੋਵੇ ਜੁਗਤ ਜੀ। ਇੱਥੇ ਸਿੱਖੀ ਦੀ ਜਿਹੜੀ ਜੀਵਨ ਜੁਗਤ ਦੀ ਗੱਲ ਕਰਦੇ ਆ ਨਾ ਜੀ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ ਜੀ, ਹੱਸੰਦਿਆਂ ਜੀ, ਖਿਲੰਦਿਆਂ, ਪਹਿਨੰਦਿਆਂ, ਖਵੰਦਿਆਂ ਜੀ, ਵਿੱਚ ਹੀ ਹੋਵੇ ਮੁਕਤ ਜੀ। ਜਿਹੜਾ ਅਸੀਂ ਮੁਕਤੀ ਮੰਗਦੇ ਨਾ ਕਿ ਵਾਹਿਗੁਰੂ ਦੇ ਅਸੀਂ ਇੰਨੇ ਸਾਲ ਤਪੱਸਿਆ ਕਰਕੇ ਸਾਨੂੰ ਮੁਕਤੀ ਮਿਲ ਜਾਏ ਜਾਂ ਇੱਦਾਂ ਹੋ ਜਾਏ, ਪਰ ਜਦੋਂ ਸਿੱਖ ਦੇ ਘਰ ਤੁਹਾਡਾ ਜਨਮ ਹੋ ਗਿਆ, ਮੇਰਾ ਇਹੋ ਵਿਸ਼ਵਾਸ ਹੈ। ਬਾਬਾ ਜੀ ਜਦੋਂ ਵੀ ਬਾਬਾ ਇਕਬਾਲ ਸਿੰਘ ਜੀ ਅਰਦਾਸ ਕਰਦੇ ਹੁੰਦੇ ਸੀ, ਉਹ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਦੇ ਸੀ ਕਿ ਵਾਹਿਗੁਰੂ ਨੇ ਬਹੁਤ ਹੀ ਵੱਡਾ ਪਰਉਪਕਾਰ ਕੀਤਾ ਮੈਨੂੰ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਕਰਕੇ। ਉਹਨਾਂ ਦੀ ਅਰਦਾਸ ਹਰ ਅਰਦਾਸ 'ਚ ਇਹੀ ਹੁੰਦਾ ਸੀ ਕਿ ਨਿਭਾਇ ਲਿਓ ਮੋਹੇ ਪੁਰਖ ਵਿਧਾਤੇ, ਓੜ ਪਚਾਵੋ ਦਾਤੇ, ਕਿ ਜਿਹੜਾ ਮੇਰਾ ਸਿੱਖੀ ਦੇ ਨਾਲ ਪਿਆਰ ਹੈ ਨਿਭ ਜਾਵੇ। ਉਹ ਨਿਭਿਆ ਵੀ। ਤੇ ਉਹਨਾਂ ਦੀ ਅਰਦਾਸ ਦੇ ਵਿੱਚ ਇਹ ਹਮੇਸ਼ਾ ਹੀ ਸੀ ਕਿ ਮੈਨੂੰ ਇਹ ਤੋਂ ਵੀ ਵਧੀਆ ਗੁਰਸਿੱਖ ਬਣਾ ਕੇ ਭੇਜਿਓ ਦੁਬਾਰਾ। ਕੌਣ ਇਦਾਂ ਦੀ ਅਰਦਾਸ ਕਰਦਾ ਹੈ ਨਾ ਜੀ। ਸੋ ਇਹ ਜਿਹੜਾ ਜੀਵਨ, ਇਹ ਜਿਹੜਾ ਸਿੱਖੀ ਜੀਵਨ ਹੈ ਨਾ ਜੀ, ਇਹਨੂੰ ਮੈਂ ਤਾਂ ਜੀਵਨ ਜੁਗਤ ਜਿਹੜੀ ਇਹਨੂੰ ਮੁਕਤੀ ਦਾ ਮਾਰਗ, ਜਿਹੜਾ ਸਿੱਖ ਪਰਿਵਾਰ ਦੇ ਘਰ ਜਿਹੜੀ ਰੂਹ ਸਿੱਖ ਪਰਿਵਾਰ ਦੇ ਘਰ ਆ ਗਈ, ਮੈਂ ਉਹਨੂੰ ਸਮਝਦਾ ਕਿ ਉਹ ਮੁਕਤ ਰੂਹ ਹੈ ਜੀ। ਉਹ ਜੇ ਅਸੀਂ ਸਿੱਖੀ 'ਚ ਨਹੀਂ ਰਹਿੰਦੇ, ਇਹ ਸਮਝ ਲਓ ਕਿ ਅਸੀਂ ਇੱਕ ਗੈਂਬਲ, ਆਪਣੀ ਲਾਈਫ ਵੀ ਗੈਂਬਲਡ ਅਵੇ। ਅਸੀਂ ਸਿੱਖੀ ਨੂੰ ਨਾ ਸਮਝ ਕੇ, ਪਹਿਲੀ ਗੱਲ ਤਾਂ ਹੁਣ ਇਹ ਹੈ ਕਿ ਅਸੀਂ ਗੁਰਮੁਖੀ ਤੋਂ ਭੱਜਦੇ ਹਾਂ, ਦੂਰ ਜਾਂਦੇ ਹਾਂ। ਜੇ ਗੁਰਮੁਖੀ ਨਹੀਂ ਅਸੀਂ ਪੜ੍ਹਾਉਂਦੇ, ਆਪਣੇ ਆਪ ਨਹੀਂ ਪੜ੍ਹਦੇ, ਬੱਚੇ ਨੂੰ ਨਹੀਂ ਪੜ੍ਹਾਉਂਦੇ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਅਸੀਂ ਗੁਰੂ ਨੂੰ ਕਿਸ ਤਰ੍ਹਾਂ ਮਿਲ ਸਕਦੇ ਹਾਂ? ਅਸੀਂ ਉੱਥੋਂ ਉੱਕ ਗਏ ਜੀ। ਸੋ ਬਹੁਤ ਪਾਸਿਆਂ ਤੋਂ ਅਸੀਂ ਉੱਕ ਗਏ ਆ। ਇਹ ਜਿਹੜਾ ਇੱਕ ਮੁਕਤੀ ਹੈ ਨਾ, ਇੱਕ ਜੀਵਨ ਜਿਹੜਾ ਜਦੋਂ ਸਿੱਖੀ ਦਾ ਤੁਹਾਨੂੰ ਆਨੰਦ ਤੁਸੀਂ ਮਾਣਦੇ ਹੋ, ਇਹ ਜੀਵਨ ਜੁਗਤ ਤੁਹਾਨੂੰ ਪਤਾ ਲੱਗ ਜਾਏ, ਫਿਰ ਸਿੱਖ ਮੁਕਤੀ ਨਹੀਂ ਮੰਗਦਾ। ਫਿਰ ਉਹੀ ਸਿੱਖ ਆ ਜਿਹੜਾ 1.25 ਲੱਖ ਦੇ ਮੂਹਰੇ ਇਕੱਲਾ ਖੜਾ ਹੁੰਦਾ, ਜਿਹੜਾ ਸਾਰਿਆਂ ਨਾਲੋਂ ਡਿਟੈਚਡ ਆ, ਜਿਹਦੇ ਅੰਦਰ ਇਹ ਕਿਸੇ ਦਾ ਕੋਈ ਮੋਹ ਨਹੀਂ ਹੈਗਾ, ਸਾਰਿਆਂ ਨਾਲ ਪਿਆਰ ਆ, ਜਿਹੜਾ ਕਿ ਕਾਇਨਾਤ ਦੇ ਵਿੱਚ ਪਲ ਪਲ ਦੇ ਵਿੱਚ ਵਾਹਿਗੁਰੂ ਨੂੰ ਦੇਖਦਾ। ਸੋ ਇਹ ਇੱਕ ਮੈਂ ਕਹਿੰਦਾ ਸਿੱਖ ਦਾ ਜੀਵਨ ਮੁਕਤ ਹੈ ਜੀ। ਇਹ ਅਸੀਂ ਇੱਕ ਬਹੁਤ ਵੱਡਾ ਖਜ਼ਾਨਾ ਜੋ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ। ਅਸੀਂ, ਮੈਂ ਤਾਂ ਕਹਿੰਦਾ ਜਿੱਥੇ ਕੋਈ ਕਿਰਪਾ ਹੈ ਉਹਨਾਂ ਨੂੰ ਇਹ ਖਜ਼ਾਨਾ ਸਮਝ ਆ ਗਿਆ, ਉਹਦਾ ਆਨੰਦ ਵੀ ਮਾਣ ਰਹੇ ਨੇ ਜੀ। ਬਾਕੀ ਇਤਿਹਾਸ ਬੇਅੰਤ ਉਦਾਹਰਨਾਂ ਨਾਲ ਭਰਿਆ ਪਿਆ ਜੀ ਜੀ, ਕਿ ਉਹ ਮੁਕਤ ਆਤਮਾ ਹੀ ਹੈਗੀਆਂ ਜਿਹੜੀਆਂ ਇਕੱਲਾ 1.25 ਲੱਖ ਮੋਹਰੇ ਖੜੇ ਹੋ ਗਈਆਂ। ਉਹ ਮੁਕਤ ਆਤਮਾ ਹੀ ਹੈਗੀਆਂ ਕਿ ਜਿਹੜੀ ਹਰ ਵੰਗਾਰ ਨੂੰ ਮੋਹਰਿਓਂ
ਪੂਰੀ ਚੁਣੌਤੀ ਸਮਝ ਕੇ ਉਹਦਾ ਫੇਸ ਕੀਤਾ। ਜੀ ਬਾਬਾ ਬੋਤਾ ਸਿੰਘ, ਬਾਬਾ ਗਰਚਾ ਸਿੰਘ ਗਰਜਾ ਕੀ ਮਤਲਬ ਉਹ ਮੁਕਤ ਰੂਹਾਂ ਹੀ ਸੀ ਹੈ ਨਾ ਉਹ। ਜੀ ਜੀ ਨਹੀਂ ਤਾਂ ਕੀ ਕਿਸੇ ਦੀ ਹਿੰਮਤ ਹੈ ਕਿ ਐਡੇ ਬੜੇ ਸਾਮਰਾਜ ਦੇ ਅੱਗੇ ਦੋ ਬੰਦੇ ਖੜੇ ਹੋ ਕੇ ਕਹਿ ਦੇਣ ਕਿ ਹਾਂਜੀ ਅਸੀਂ ਨਾਕਾ ਲਾਤਾ ਜੀ, ਆਪਾਂ ਆਜ਼ਾਦ ਆ ਤੇ ਇਹ ਆਪਣਾ ਦੇਸ਼। ਅਸੀਂ ਹੁਣ ਬਹੁਤ ਗਲਤ ਪਾਸੇ ਨੂੰ ਤੁਰ ਪਏ, ਬਹੁਤ ਗਲਤ ਪਾਸੇ ਨੂੰ ਤੁਰ ਪਏ ਆ। ਸੋ ਇਹਦਾ ਸਾਰਾ ਪ੍ਰੋਬਲਮ ਦਾ ਜੋ ਹੱਲ ਹੈ ਉਹ ਵਿਦਿਆ ਹੀ ਹੈ। ਬਿਲਕੁਲ। ਤੇ ਵਿਦਿਆ ਵੀ ਉਸ ਮਾਡਲ ਦੀ ਉਸ ਸੈਟਅਪ ਦੀ ਜੋ ਆਪਣੇ ਅਕਾਲ ਅਕੈਡਮੀਜ਼ ਦੇ ਰਹੀਆਂ ਨੇ। ਜੀ ਜੀ। ਸੋ ਬੱਚਿਆਂ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਕਿ ਜਿਹੜਾ ਬੱਚਾ ਸਵੇਰੇ ਆ ਕੇ ਪੂਰਾ 1 ਘੰਟਾ ਨਿਤਨੇਮ ਕਰਦਾ, ਗੁਰਮਤਿ ਨਾਲ ਜੁੜੇ ਹੋਏ ਨੇ, ਸਹਿਜ ਪਾਠ ਕਰਦੇ ਨੇ, ਉਹਨਾਂ ਦਾ ਜੀਵਨ ਮਾਰਗ ਫਿਰ ਉਹ ਮੈਂ ਦੱਸਿਆ ਨਾ ਕਿ ਉਹ ਇੱਕ ਸੰਗਤ ਰੂਪ ਬਣ ਜਾਂਦਾ। ਸੰਗਤ ਵਿੱਚ ਸੰਗਤ ਹਰ ਪਰਪਸੇ ਜੀ, ਉਹ ਪਰਮਾਤਮਾ ਆਪ ਵਿੱਚ ਵਸ ਕੇ ਉਹਨਾਂ ਦਾ ਜੀਵਨ ਮਾਰਗ ਦਰਸ਼ਨ ਕਰ ਰਹੇ ਨੇ। ਜੀ ਜੀ। ਸੋ ਵਾਹਿਗੁਰੂ ਉਹ ਦਿਨ ਲਿਆਏਗਾ ਕਿ ਹਰ ਪਾਸੇ ਇਹ ਜਿਹੜੀ ਸਿੱਖੀ ਦੀ ਫੁਲਵਾੜੀ ਹੈ ਜੀ ਉਹ ਇਕੱਲੀ ਹਿੰਦੁਸਤਾਨ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹਦੀ ਮਹਿਕ। ਜੀ। ਨਵੇਂ ਸਾਲ ਦੇ ਵਿੱਚ ਅਸੀਂ ਇਹੋ ਹੀ ਆਸ ਕਰਦੇ ਹਾਂ ਕਿ ਅਸੀਂ ਇਸ ਨਵੇਂ ਪੁਰਾਣੇ ਦੇ ਚੱਕਰ ਦੇ ਵਿੱਚੋਂ ਨਿਕਲ ਕੇ ਜੀ ਜਿਹੜਾ ਸਾਨੂੰ ਗੁਰਬਾਣੀ ਦਾ ਇੱਕ ਸਦੀਵੀ ਖਜ਼ਾਨਾ ਜੋ ਕਿ ਕਦੀ ਨਵੇਂ ਪੁਰਾਣੇ ਦੇ ਚੱਕਰ 'ਚ ਆਉਣਾ ਹੀ ਨਹੀਂ, ਇਹੋ ਬਿਲਕੁਲ ਜੋ ਟਾਈਮ ਤੋਂ ਬਾਹਰ ਹੈ, ਬਿਲਕੁਲ ਅਸੀਂ ਉਹਦਾ ਆਨੰਦ ਮਾਣੀਏ। ਤੇ ਵਾਕਿਆ ਤੇ ਜਦੋਂ ਕਿਹਾ ਕਿ ਹੱਸਣਦਿਆਂ, ਖਲੰਦਿਆਂ, ਪਹਿਨੰਦਿਆਂ, ਖਵੰਦਿਆਂ, ਇਹ ਜਿਹੜੇ ਮਾੜੇ ਮੋਟੇ ਜਿਹੜੇ ਫਿਰਕ ਹੈ ਨਾ, ਇਹ ਮਤਲਬ ਹੱਸਣਾ ਕੁੱਦਣਾ ਮਨ ਕਾ ਚਾਓ ਠੀਕ ਹੈ, ਪਰ ਇਸ ਜਿਹੜੀ ਗ੍ਰਸਤੀ ਜੀਵਨ ਦੇ ਵਿੱਚ ਸਾਰੀ ਚੀਜ਼ ਦਾ ਆਨੰਦ ਮਾਣਦੇ ਹੋਏ ਵੀ ਤੁਸੀਂ ਮੁਕਤ ਹੋ ਜੀ, ਕਿਉਂਕਿ ਤੁਸੀਂ ਡਿਟੈਚਡ ਹੋ। ਇਹ ਸਿੱਖੀ ਮਾਰਗ ਦੀ ਯੁਗਤ ਹੈ। ਸੋ ਇਹ ਚੀਜ਼ ਸਾਨੂੰ ਜਿਹੜਾ ਐਜੂਕੇਸ਼ਨ ਸਿਸਟਮ ਦੇ ਵਿੱਚ ਬਲੈਂਡ ਕਰਨ ਦੀ ਲੋੜ ਹੈ, ਜੀ ਜੀ, ਜੋ ਕਿ ਬਾਖੂਬੀ ਕਲਗੀਧਰ ਟਰੱਸਟ ਕਰ ਰਿਹਾ ਤੇ ਬੱਚਿਆਂ ਦੇ ਜੀਵਨ 'ਚੋਂ ਨਜ਼ਾਰਾ ਦਿਸਦਾ ਵੀ ਹੈ। ਜੀ ਜੀ। ਤੇ ਅਸੀਂ ਉਹੀ ਸੰਗਤ ਅੱਗੇ ਅਰਦਾਸ ਹੈ ਕਿ ਨਵੇਂ ਸਾਲ ਦੇ ਵਿੱਚ ਅਸੀਂ ਇਸ ਤਰ੍ਹਾਂ ਦਾ ਪ੍ਰਣ ਕਰੀਏ ਜੀ ਕਿ ਅਸੀਂ ਗੁਰੂ ਨਾਲ ਜੁੜ ਜਾਈਏ। ਬਿਲਕੁਲ। ਤੇ ਜਿਹੜਾ ਸਿੱਖੀ ਵੇ ਆਫ ਲਾਈਫ ਹੈ, ਇੱਕ ਸਿੱਖੀ ਮੁਕਤੀ ਦੀ ਜੁਗਤੀ ਹੈ, ਅਸੀਂ ਉਹਨੂੰ ਸਮਝ ਸਕੀਏ ਜੀ। ਬਿਲਕੁਲ। ਤੇ ਆਪਣੇ ਜੀਵਨ ਦੇ ਵਿੱਚ ਉਹਦਾ ਆਨੰਦ ਮਾਣ ਸਕੀਏ। ਬਿਲਕੁਲ ਜੀ, ਬਹੁਤ ਖੂਬ ਅਟਵਾਲ ਸਾਹਿਬ। ਅੱਜ ਤੁਸੀਂ ਗੁਰਬਾਣੀ ਦੀਆਂ ਬਹੁਤ ਐਗਜ਼ਾਮਪਲਸ ਦੇ ਕੇ ਅੱਜ ਦੇ ਐਪੀਸੋਡ ਦੇ ਵਿੱਚ ਸਾਨੂੰ ਸਾਰਿਆਂ ਨੂੰ ਕਹਿ ਲਓ ਵੀ ਸਮਝਾਇਆ ਹੈਗੀਆਂ ਚੀਜ਼ਾਂ ਪ੍ਰੈਕਟੀਕਲੀ ਵੀ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ। ਬੜੀਆਂ ਇੰਪੋਰਟੈਂਟ ਗੱਲਾਂ ਤੁਸੀਂ ਉਹ ਫਲਸਫੇ ਦੀ ਗੱਲ ਕੀਤੀ ਹੈਗੀ ਹੈ। ਇਹ ਫਲਸਫਾ ਜਿਹੜਾ ਸਮਝਣ ਨੂੰ ਟਾਈਮ ਵੀ ਲੱਗਦਾ ਆ, ਪਰ ਇਹ ਫਲਸਫਾ ਜਿਹਦੇ ਕਹਿ ਲਓ ਵੀ ਉਹ ਸੈਂਟਰਲ ਆਈਡੀਆ ਕਹਿ ਲਓ ਵੀ ਬੈਠ ਗਿਆ ਦਿਮਾਗ ਦੇ ਵਿੱਚ, ਤੇ ਉਹ ਫਿਰ ਜੀਵਨ ਹੀ ਹੋਰ ਹੁੰਦਾ ਜੀ। ਉਹ ਜੀਵਨ ਸਾਰਿਆਂ ਦੇ ਸਾਹਮਣੇ ਪ੍ਰਗਟ ਹੀ ਹੁੰਦਾ, ਪਤਾ ਹੀ ਲੱਗ ਜਾਂਦਾ ਵੀ ਕੀ ਜੀਵਨ ਹੈਗਾ ਜੀ। ਸੋ ਤੁਸੀਂ ਦਸਵੰਧ ਦੀ ਗੱਲ ਕੀਤੀ ਸੀ ਕਿ ਦਸਵੰਧ ਦੇ ਨਾਲ ਰਿਲੇਟਡ ਸਾਡੇ ਜਿਹੜੇ ਪ੍ਰੋਜੈਕਟ ਵੀ ਹੈਗੇ ਆ, ਜਿਸ ਤਰ੍ਹਾਂ ਹੁਣ ਰਿਲੀਫ ਫੰਡ ਹੈ, ਜਾਂ ਫਿਰ ਅਸੀਂ ਗੱਲ ਕਰ ਲਈਏ ਕਿ ਜੋ ਸਾਡੇ ਜੋ ਨਿਰੰਤਰ ਸਾਡੇ ਚੱਲ ਹੀ ਰਿਹਾ ਸਪੋਂਸਰਸ਼ਿਪਸ ਦੇ ਪ੍ਰੋਜੈਕਟ ਚੱਲ ਰਿਹਾ, ਐਜੂਕੇਟ ਟੂ ਸੇਵ ਪ੍ਰੋਜੈਕਟ ਚੱਲ ਰਿਹਾ, GKK ਗੁਰੂ ਕੀ ਕਾਸ਼ੀ ਦੇ ਪ੍ਰੋਜੈਕਟ ਚੱਲ ਰਿਹਾ, ਤਾਂ ਹੋਰ ਵੀ ਜਿੰਨੇ ਵਨ ਆਫ ਡੋਨੇਸ਼ਨਸ ਜਿਹੜੀਆਂ ਹੁੰਦੀਆਂ ਆ, ਜਾਂ ਜਿਸ ਤਰ੍ਹਾਂ ਹੁਣ 130 ਤੇ ਅਸੀਂ ਰੁਕੇ ਆ, 500 ਦਾ ਟਾਰਗੇਟ ਹੈ, ਉਹ ਅੱਗੇ ਵੀ ਅਸੀਂ ਜਿਹੜੀਆਂ ਐਸਟੈਬਲਿਸ਼ ਕਰਨੀਆਂ ਹੈਗੀਆਂ 1 ਬਾਈ 1। ਸੋ ਉੱਥੇ ਸਾਰੇ ਤੇ ਅਲਟੀਮੇਟਲੀ ਆਣਾ ਦਸਵੰਧ ਹੀ ਹੈ। ਬਿਲਕੁਲ, ਆਣਾ ਸਾਰੀ ਸੰਗਤ ਦਾ ਦਸਵੰਧ ਹੀ ਹੈ। ਸੋ ਦੋਸਤੋ, ਅੱਜ ਦੇ ਐਪੀਸੋਡ ਦੇ ਵਿੱਚ ਤੁਸੀਂ ਦੇਖਿਆ ਕਿ ਅਸੀਂ ਪਿਛਲੇ ਸਾਲ ਨੂੰ ਥੋੜ੍ਹਾ ਰੀਕੈਪ ਕੀਤਾ, ਪਿਛਲੇ ਸਾਲ ਦੀਆਂ ਹਾਈਲਾਈਟਸ ਨੂੰ ਡਿਸਕਸ ਕੀਤਾ, ਕਰੰਟ ਇਸ਼ੂ, ਕਰੰਟ ਮੈਟਰਸ ਨੂੰ ਅਸੀਂ ਡਿਸਕਸ ਕੀਤਾ, ਤੇ ਅੱਗੇ 2023 ਦੇ ਵਿੱਚ ਜਿਸ ਤਰ੍ਹਾਂ ਕਿ ਅਟਵਾਲ ਸਾਹਿਬ ਨੇ ਦੱਸਿਆ ਕਿ ਜੋ ਏਜੰਡਾ ਹੈ, ਜੋ ਸਾਡੇ ਪ੍ਰਿੰਸੀਪਲ ਹੈ, ਜੋ ਸਾਡੀ ਫਾਊਂਡੇਸ਼ਨ ਹੈਗੀ ਹੈ, ਅਸੀਂ ਉਹਦੇ 'ਤੇ ਹੀ ਖੜ੍ਹੇ ਹਾਂ। ਇਹਦੇ ਵਿੱਚ ਕੋਈ ਸਾਲਾਂ ਦਾ ਕੋਈ ਉਹ ਨਹੀਂ ਹੈ, ਬਟ ਸਾਡਾ ਜੋ ਟਾਰਗੇਟ ਹੈ 500 ਦਾ, ਉਹ ਅਸੀਂ ਅਚੀਵ ਕਰਨਾ, ਸਾਡਾ ਏਮ ਜਿਹੜਾ ਹੈ ਉਹੀ ਹੈਗਾ ਆ। ਸੋ ਦੋਸਤੋ, ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਅੱਜ ਤੱਕ ਸਪੋਰਟ ਕਰਦੇ ਆਏ ਹੋ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ, ਉਸੇ ਤਰ੍ਹਾਂ ਜਾਂ ਉਸ ਤੋਂ ਵੀ ਹੋਰ ਜ਼ਿਆਦਾ ਗਰਮਜੋਸ਼ੀ ਦੇ ਨਾਲ ਤੁਸੀਂ ਸਪੋਰਟ ਕਰਦੇ ਰਹੋਗੇ। ਆਪਣਾ ਪਿਆਰ ਸਾਡੇ ਐਪੀਸੋਡਸ ਲਈ, ਸਾਡੇ ਸ਼ੋਜ਼ ਲਈ ਇਸੇ ਤਰ੍ਹਾਂ ਬਣਾਈ ਰੱਖੋ। ਸਾਨੂੰ ਆਪਣੀ ਫੀਡਬੈਕ ਜ਼ਰੂਰ ਦਿਓ, ਤੇ ਇੱਕ ਵਾਰ ਅਸੀਂ ਸੰਗਤਾਂ ਨੂੰ ਜਿਹੜਾ ਨਵੇਂ ਸਾਲ ਦੀਆਂ ਵਧਾਈਆਂ ਜੋ ਪੇਸ਼ ਕਰਨਾ ਚਾਹਾਂਗੇ। ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਨਵੇਂ ਸਾਲ ਦੇ ਲਈ। ਸੋ ਅੱਜ ਦੇ ਐਪੀਸੋਡ ਦੀ ਇੱਥੇ ਹੀ ਅਸੀਂ ਸਮਾਪਤੀ ਕਰਦੇ ਹਾਂ ਜੀ। 2023 ਦੇ ਵਿੱਚ ਦੁਬਾਰਾ ਤੁਹਾਡੇ ਦਰਸ਼ਨ ਕਰਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।